ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਗੁਰਮੁਖ ਜਨੋ, ਆਪ ਸਾਰਿਆਂ ਨੂੰ ਅੱਜ ਦੀ ਇਸ ਕਲਾਸ ਵਿੱਚ ਜੀ ਆਇਆਂ। ਭਗਤ ਕਬੀਰ ਜੀ ਦੀ ਰਚਨਾ ਪਾਵਨ ਅੱਖਰੀ ਜੋ ਗੌੜੀ ਪੂਰਬੀ ਦੇ ਵਿੱਚ ਦਰਜ ਹੈ, ਉਸ ਦੀ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ। 12 ਅੰਕ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ। ਅੱਜ 13ਵੇਂ ਅੰਕ ਤੋਂ ਸ਼ਸ਼ਾ ਇਹ ਛਤਰਪਤ ਪਾਸਾ, ਇਸ ਅੰਕ ਤੋਂ ਅੱਜ ਦੀ ਵਿਚਾਰ ਆਰੰਭ ਹੋਣੀ ਹੈ। ਤੋ ਇਹ ਵਿਚਾਰ ਸਾਡੇ ਨਾਲ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣਾ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਵਿਚਾਰ ਆਰੰਭ ਕਰਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਸ਼ਸ਼ਾ ਇਹ ਛਤਰਪਤ ਪਾਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਰਦਾਰ ਹਰਜੀਤ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ ਅਤੇ ਇਸ ਕਲਾਸ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ 52 ਅੱਖਰੀ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ ਭਗਤ ਕਬੀਰ ਜੀ ਨੇ 52 ਅੱਖਰਾਂ ਨੂੰ ਲੈ ਕੇ ਸਾਨੂੰ ਉਪਦੇਸ਼ ਕੀਤਾ। ਔਰ ਇਸ ਬਾਣੀ ਦੀ ਸ਼ੁਰੂਆਤ ਅੱਖਰ ਤੋਂ ਹੀ ਹੋਈ ਔਰ ਅੱਖਰ ਤੇ ਹੀ ਜਾ ਕੇ ਸਮਾਪਤੀ ਹੋਏਗੀ ਕਿ ਹਰ ਚੀਜ਼ ਇੱਕ ਸ਼ੈ ਹੈ, ਅੱਖਰ ਇੱਕ ਪ੍ਰਭੂ ਹੈ। ਦੁਨਿਆਵੀ ਅੱਖਰਾਂ ਦੇ ਨਾਲ ਅਸੀਂ ਦੁਨੀਆ ਨਾਲ ਸਾਂਝ ਪਾ ਸਕਦੇ ਹਾਂ, ਪਰ ਪ੍ਰਭੂ ਦਾ ਤੇ ਦੁਨੀਆ ਦਾ ਅੰਤ ਨਹੀਂ ਅਸੀਂ ਪਾ ਸਕਦੇ, ਨਾ ਕਾਦਰ ਦਾ ਨਾ ਕੁਦਰਤ ਦਾ। ਹਾਂ, ਇਹਨਾਂ ਅੱਖਰਾਂ ਨੂੰ ਵਰਤ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਜ਼ਰੂਰ ਸਵਾਰ ਸਕਦੇ ਹਾਂ। ਜੇ ਅਸੀਂ ਚਾਹੀਏ ਆਪਣੇ ਜੀਵਨ ਨੂੰ ਅਸੀਂ ਸਵਾਰ ਸਕਦੇ ਹੈਗੇ ਹਾਂ। ਤੇ ਇਹਨਾਂ ਅੱਖਰਾਂ ਦੇ ਵਿੱਚ ਜਦੋਂ ਚੱਚੇ ਅੱਖਰ ਵਾਲੇ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਵਿੱਚ ਭਗਤ ਕਬੀਰ ਜੀ ਦੇ ਉਪਦੇਸ਼ ਰਾਹੀਂ ਅਸੀਂ ਵਿਚਾਰੇ, ਉਹਦੇ ਵਿੱਚ ਭਗਤ ਕਬੀਰ ਜੀ ਨੇ ਸੰਸਾਰ ਚਿੱਤਰ ਦੀ ਗੱਲ ਕੀਤੀ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਦ ਚਿਤਰੈ ਚੇਤੋ ਚਿਤਕਾਰੀ, ਕਿ ਇਹ ਸੰਸਾਰ ਬਹੁਤ ਵੱਡਾ ਚਿੱਤਰ ਹੈ ਔਰ ਜੀਵੰਤ ਚਿੱਤਰ ਹੈ। ਇਤਨਾ ਜੀਵੰਤ ਹੈ, ਇਤਨਾ ਲਾਈਵ ਹੈ ਕਿ ਹਰ ਪਲ ਇਹ ਚਿੱਤਰ ਬਦਲ ਰਿਹਾ ਹੈ। ਤੇ ਇਸ ਲਾਈਵ ਚਿੱਤਰ ਵਿੱਚ ਚੱਚਾ ਰਚਿਤ ਚਿੱਤਰ ਹੈ ਭਾਰੀ, ਅੱਜ ਚਿੱਤਰ ਹੈ ਚੇਤੋ ਚਿਤਕਾਰੀ। ਲੋਕ ਇਸ ਸੰਸਾਰ ਰੂਪੀ ਖੂਬਸੂਰਤ ਚਿੱਤਰ ਦੇ ਵਿੱਚ ਖਚਿਤ ਹੋ ਗਏ, ਪਰ ਭਗਤ ਜੀ ਆਖਦੇ ਨੇ ਚਿੱਤਰ ਦਾ ਮੋਹ ਛੱਡ ਕੇ ਚਿਤਕਾਰੀ, ਜਿਹੜਾ ਚਿੱਤਰਕਾਰ ਹੈ, ਉਹਨੂੰ ਚੇਤੇ ਕਰ ਲਓ। ਹਾਲਾਂਕਿ ਕੰਮ ਬੜਾ ਔਖਾ ਹੈ, ਕਿਉਂਕਿ ਚਿੱਤਰ ਵਿਚਿੱਤਰ ਇਹ ਬੜਾ ਅਦਭੁਤ ਚਿੱਤਰ ਹੈ, ਬੜਾ ਹੈਰਾਨੀਜਨਕ ਹੈ, ਲਾਈਵ ਚਿੱਤਰ ਹੈ, ਹਰ ਪਲ ਬਦਲਦਾ ਹੈ, ਹਰ ਪਲ ਬਦਲਦਾ ਹੈ। ਚਿੱਤਰ ਵਿਚਿੱਤਰ ਇਹ ਅਵਜੇਰਾ, ਇਹੀ ਬੜਾ ਵੱਡਾ ਝਮੇਲਾ ਹੈ ਕਿ ਲੋਕ ਇਸ ਚਿੱਤਰ ਦੇ ਮੋਹ 'ਚ ਫਸ ਜਾਂਦੇ ਨੇ। ਤਜ ਚਿੱਤਰੈ ਚਿਤਰਾਖ ਚਿਤੇਰਾ, ਇਸ ਕਰਕੇ ਚਿੱਤਰ ਦਾ ਮੋਹ ਛੱਡ ਕੇ ਤੁਸੀਂ ਚਿਤੇਰੇ ਨਾਲ ਸਾਂਝ ਪਾ ਲਓ। ਅਸੀਂ ਇੱਥੇ ਤੱਕ ਇਹ ਵਿਚਾਰ ਆਰੰਭ ਕੀਤੀ ਸੀ ਪਿਛਲੇ ਹਫ਼ਤੇ ਦੇ ਵਿੱਚ। ਅੱਜ ਦੀ ਇਹ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਸਭ ਮਾਈ ਭਾਈ ਮਨਾਂ ਨੂੰ ਗੁਰਚਰਨਾਂ ਵਿੱਚ ਇਕਾਗਰਤ ਕਰੋ। ਬੜੇ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੱਛਾ ਇਹ ਛਤਰਪਤ ਪਾਸਾ, ਛੱਕ ਕੇ ਨਾ ਰਹੋ ਛਾੜ ਕੇ ਨਾ ਆਸਾ। ਛੱਛਾ ਮੈਨੇ ਛੱਛੇ ਅੱਖਰ ਦੇ ਰਾਹੀਂ ਹੁਣ ਇੱਕ ਉਪਦੇਸ਼ ਹੈ। ਇਹਨੂੰ ਕੁਝ ਲੋਕ ਸ਼ਸ਼ਾ ਵੀ ਕਹਿ ਦਿੰਦੇ ਨੇ, ਪਰ ਸ਼ਸ਼ਾ ਜਿਹੜਾ ਅੱਖਰ ਉਹ ਸੱਸੇ ਤੇ ਪੈਰ 'ਚ ਬਿੰਦੀ ਵਾਲਾ ਮੰਨਿਆ ਜਾਂਦਾ ਹੈ। ਇਹਦਾ ਸ਼ੁੱਧ ਉਚਾਰਨ ਜਿਹੜਾ ਹੈ ਉਹ ਛੱਛਾ ਮੰਨਿਆ ਜਾਏਗਾ। ਜਿਵੇਂ ਛਤਰੀ, ਛਤਰੀ ਵਾਲਾ ਛੱਛਾ। ਛੱਛਾ ਇਹ ਛਤਰਪਤ ਪਾਸਾ, ਇਹ ਮੈਨੇ ਇਹ ਪ੍ਰਭੂ, ਇਹ ਜਿਹੜਾ ਮਾਲਕ ਹੈ, ਇਹ ਜਿਹੜਾ ਛਤਰ ਦਾ ਪਾਤਸ਼ਾਹ ਹੈ, ਇਹ ਜਿਹੜਾ ਛਤਰ ਦਾ ਪਤੀ ਹੈ, ਛਤਰਪਤ, ਇਹ ਮੈਨੇ ਇਹ ਵਾਲਾ ਛਤਰਪਤ ਮੈਨੇ ਛਤਰ ਦਾ ਮਾਲਿਕ, ਛਤਰ ਦਾ ਪਤੀ, ਭਾਵ ਜਿਹਦੇ ਉੱਪਰ ਛਤਰ ਝੂਲ ਰਿਹਾ ਹੈ। ਛਤਰ ਝੂਲਣ ਦਾ ਭਾਵ ਕਿ ਜਿਹਦਾ ਰੁਤਬਾ ਮਰਾਤਬਾ ਫੈਲਿਆ ਹੋਇਆ ਹੈ,
ਜਿਹੜਾ ਇੱਜ਼ਤ ਦਾ ਮਾਲਕ ਹੈ, ਜਿਹੜਾ ਸ਼ੋਭਾ ਦਾ ਮਾਲਕ ਹੈ, ਉਹ ਪ੍ਰਭੂ। ਇਹ ਹੈ ਛਤਰਪਤ ਪਾਸਾ। ਇੱਥੇ ਪਾਸਾ ਦਾ ਅਰਥ ਹੈਗਾ ਨੇੜੇ। ਜਗਤ ਦਾ ਸਵਾਮੀ, ਛਤਰਪਤੀ ਮਾਲਕ ਪ੍ਰਭੂ, ਆ ਜਿਹੜਾ ਪ੍ਰਭੂ ਹੈ ਇਹ ਤੇਰੇ ਨੇੜੇ ਹੈ, ਇਹ ਤੇਰੇ ਨਜ਼ਦੀਕ ਹੈ। ਇੱਕ ਬਹੁਤ ਕੀਮਤੀ ਗਿਆਨ ਦਿੱਤਾ ਭਗਤ ਜੀ ਨੇ, ਛੱਛਾ ਇਹ ਹੈ, ਮੈਨੇ ਇਹ ਵਾਲਾ ਦੂਰ ਨਹੀਂ ਕਿਤੇ, ਇਹ ਹੈ ਛਤਰਪਤ ਪਾਸਾ, ਨੇੜੇ। ਜਿਹੜਾ ਛਤਰਪਤ ਹੈ ਇਹ ਤੇਰੇ ਨੇੜੇ ਹੈ, ਇਹੀ ਹੈ, ਨੇੜੇ ਹੈ। ਬਸ ਆ ਗੱਲ ਪੱਕੀ ਆਪਣੇ ਮਨ ਦੇ ਵਿੱਚ ਬਿਠਾ ਲਈ ਕਿ ਉਹ ਪ੍ਰਭੂ ਕਦੀ ਵੀ ਦੂਰ ਨਹੀਂ ਹੈ, ਉਹ ਨੇੜੇ ਤੋਂ ਨੇੜੇ ਹੈ। ਕਿੰਨਾ ਕੁ ਨੇੜੇ ਹੈ? ਭਗਤ ਰਵਿਦਾਸ ਜੀ ਨੇ ਆਪਣੀ ਬਾਣੀ 'ਚ ਬਚਨ ਕੀਤਾ ਹੈ, ਮਨੁੱਖ ਤੂੰ ਇਹ ਦੱਸ ਤੇਰੇ ਸਭ ਤੋਂ ਨੇੜੇ ਕੀ ਹੈ? ਤੇ ਮਨੁੱਖ ਆਖਦਾ ਜੀ ਮੇਰੇ ਸਭ ਤੋਂ ਨੇੜੇ ਮੇਰਾ ਹੱਥ ਹੈ। ਮਨੁੱਖ ਦੇ ਸਰੀਰ ਦਾ ਸਭ ਤੋਂ ਨੇੜੇ ਦਾ ਅੰਗ ਉਹਦਾ ਹੱਥ ਮੰਨਿਆ ਗਿਆ। ਮੇਰਾ ਹੱਥ ਮੇਰੇ ਸਭ ਤੋਂ ਨੇੜੇ ਹੈ। ਤੇ ਭਗਤ ਰਵਿਦਾਸ ਕਹਿਣ ਲੱਗੇ ਫਿਰ ਇੰਨਾ ਸਮਝ ਲੈ ਕਿ ਉਹ ਪ੍ਰਭੂ ਤੇਰੇ ਹੱਥ ਨਾਲੋਂ ਵੀ ਨੇੜੇ ਹੈ। ਪੁੱਛਿਆ ਉਹ ਕਿਵੇਂ? ਹੱਥ ਸਭ ਤੋਂ ਨੇੜੇ ਹੈ, ਪੈਰ ਤੇ ਸੱਟ ਵੱਜ ਜਾਏ, ਅੱਖਾਂ ਜੇ ਬਾਅਦ ਚ ਦੇਖਦੀਆਂ ਨੇ, ਹੱਥ ਪਹਿਲਾਂ ਪਹੁੰਚ ਜਾਂਦਾ ਹੈ। ਪਰ ਪ੍ਰਭੂ ਹੱਥ ਨਾਲ ਵੀ ਨੇੜੇ ਹੈ, ਉਹ ਤੇਰੇ ਅੰਦਰ ਹੀ ਬੈਠਾ ਹੋਇਆ ਹੈ। ਸਰਬੇ ਏਕ ਅਨਿਕੈ ਸੁਆਮੀ, ਸਭ ਘਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋਈ। ਹੱਥ ਨਾਲੋਂ ਵੀ ਉਹ ਨੇੜੇ ਹੈ, ਸੁਭਾਵਕ ਹੀ ਅੰਦਰ ਹੀ ਤਿਲਵਿਆ ਹੋਇਆ ਹੈ। ਅਨੇਕਤਾ ਵਿੱਚ ਏਕ ਹੀ ਤੇ ਹੈ। ਹੁਣ ਇਹਦਾ ਕਤਈ ਮਤਲਬ ਨਹੀਂ ਕਿ ਪ੍ਰਭੂ ਦੂਰ ਕਿਤੇ ਨਹੀਂ ਹੈ, ਹੈ ਸਭ ਥਾਵਾਂ ਤੇ, ਪਰ ਮਨੁੱਖ ਨੂੰ ਰੱਬ ਦੇ ਨੇੜੇ ਕਰਨਾ ਹੈ। ਇੰਨਾ ਨੇੜੇ ਕਰਨਾ ਕਿ ਮਨੁੱਖ ਸੋਚੇ ਵੀ ਹਾਂ ਮੇਰੇ ਤੇ ਪ੍ਰਭੂ ਚ ਵਿੱਥ ਕੋਈ ਨਹੀਂ ਹੈ, ਸਿਰਫ ਪਛਾਣ ਨਹੀਂ ਆ ਰਹੀ ਮੈਨੂੰ। ਨੇੜੇ ਕਰਨ ਵਾਸਤੇ ਭਗਤ ਕਬੀਰ ਜੀ ਆਖਦੇ ਨੇ, ਤੈਨੂੰ ਚਲਾਕ ਲੋਕ ਆਖਦੇ ਨੇ ਕਿ ਰੱਬ ਨੇੜੇ ਨਹੀਂ ਹੈ, ਉਹ ਤੇ 7ਵੇਂ 11ਵੇਂ ਅਸਮਾਨ ਤੇ ਹੈ, ਉਹ ਤੇ ਕਿਤੇ ਅਸਮਾਨ ਚ ਵੱਖਰਾ ਦਰਬਾਰ ਸਜਾ ਕੇ ਬੈਠਾ ਹੋਇਆ ਹੈ, ਉਹ ਤੇ ਤੇਰੇ ਤੋਂ ਕਿਤੇ ਹੀ ਦੂਰ ਹੈ। ਨਹੀਂ, ਆਹ ਜੀਵ ਤੈਨੂੰ ਸਮਝਾ ਰਿਹਾ, ਇੰਨੀ ਗੱਲ ਪੱਕੀ ਮਨ ਚ ਬਿਠਾ ਲੈ ਕਿ ਇਹ ਛਤਰਪਤ ਤੇਰੇ ਨੇੜੇ ਹੈ, ਇਹ ਛਤਰ ਦਾ ਮਾਲਕ ਪ੍ਰਭੂ ਤੇਰੇ ਪਾਸ ਹੈ। ਇੰਨਾ ਪਾਸ ਕਿ ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਿਉ ਪੁਕਾਰ। ਇੰਨਾ ਪਾਸ ਹੈ ਤੇਰੇ ਅੰਦਰ ਕਿ ਕਾਹੇ ਰੇ ਬੰਦ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਤੇਰੇ ਅੰਦਰ ਹੀ ਸਮਾਇਆ ਹੋਇਆ, ਇੰਨਾ ਪਾਸ ਹੈ। ਛੱਛਾ ਇਹ ਹੈ ਛਤਰਪਤ ਪਾਸਾ। ਇਹ ਆ ਪ੍ਰਭੂ ਜਿਹੜਾ ਕੋਲ ਹੈ ਤੇਰੇ, ਛਤਰਪਤ, ਛਤਰ ਦਾ ਮਾਲਕ, ਪਾਸਾ ਮੈਨੇ ਤੇਰੇ ਪਾਸ ਹੈ। ਛਕ ਕੇ ਨਾ ਰਹੋ, ਛਾੜ ਕੇ ਨਾ ਆਸਾ। ਛਕ ਦਾ ਮਤਲਬ ਸ਼ਕਤੀ, ਛਕ ਦਾ ਇੱਥੇ ਅਰਥ ਸ਼ਕਤੀ। ਛਕ ਕੇ ਨਾ ਰਹੋ, ਇਹਦਾ ਅਰਥ ਇਹ ਬਣੇਗਾ ਤਕੜਾ ਕਿਉਂ ਨਹੀਂ ਹੁੰਦਾ, ਸ਼ਕਤੀਸ਼ਾਲੀ ਕਿਉਂ ਨਹੀਂ ਹੁੰਦਾ, ਉਦਮ ਕਿਉਂ ਨਹੀਂ ਕਰਦਾ। ਥੋੜਾ ਸ਼ਕਤੀਵਾਨ ਹੋ, ਛਕ ਕੇ ਨਾ ਰਹੋ। ਸ਼ਕਤੀਵਾਨ ਨਹੀਂ ਹੁੰਦਾ ਭਾਵ ਤਕੜਾ ਹੋ ਥੋੜਾ ਜਿਹਾ। ਛਾੜ ਕੇ ਨਾ ਆਸਾ, ਆਸ਼ਾਵਾਂ ਨੂੰ ਛੱਡ ਕੇ ਤਕੜਾ ਕਿਉਂ ਨਹੀਂ ਹੁੰਦਾ। ਛਕ ਕੇ ਨਾ ਰਹੋ, ਛਾੜ ਕੇ ਨਾ ਆਸਾ ਰਹੋ। ਜੇ ਇੱਥੇ ਰਾਰਾ ਹਾਹਾ ਊੜੇ ਨੂੰ ਔਂਕੜਾਂਦੀ ਰਹੂੰ, ਫਿਰ ਬਣ ਜਾਣਾ ਸੀ ਮੈਂ ਰਹਿੰਦਾ ਹਾਂ। ਤੇ ਥਰਡ ਪਰਸਨ ਵਾਸਤੇ ਵੀ ਰਹੋ ਬਣ ਸਕਦਾ, ਉਹ ਰਿਹਾ। ਪਰ ਜਿੱਥੇ ਊੜੇ ਨੂੰ ਔਂਕੜ ਦੀ ਥਾਂ ਤੇ ਹਾਹੇ ਨੂੰ ਔਂਕੜਾ ਜਾਂਦੀ ਹੈ, ਉੱਥੇ ਸੈਕਿੰਡ ਪਰਸਨ ਦੀ ਗੱਲ ਬਣ ਜਾਂਦੀ ਹੈ, ਦੂਸਰੇ ਬੰਦੇ ਦੀ, ਮੱਧਮ ਪੁਰਖ। ਕਿ ਤੂੰ ਰਹਿੰਦਾ ਨਹੀਂ, ਸ਼ਕਤੀਮਾਨ ਨਹੀਂ ਹੁੰਦਾ। ਛਕ ਕੇ ਨਾ ਰਹੋ ਭਾਵ ਉਦਮ ਕਿਉਂ ਨਹੀਂ ਤੂੰ ਕਰਦਾ। ਉਦਮ ਕਰ, ਪ੍ਰਸੰਨ ਹੋ, ਸ਼ਕਤੀਵਾਨ ਹੋ। ਛਾੜ ਕੇ ਨਾ ਆਸਾ, ਆਸ਼ਾਵਾਂ ਨੂੰ ਛੱਡ ਕਿਉਂ ਨਹੀਂ ਦਿੰਦਾ। ਹੋਰ ਹੋਰ ਆਸਾਂ ਛੱਡ ਦੇ, ਆਪਣੀਆਂ ਹੋਰ ਹੋਰ ਆਸ਼ਾਵਾਂ ਨੂੰ ਤਿਆਗ ਤੇ ਖੁਸ਼ ਹੋ ਕੇ ਰੱਬ ਦੇ ਨੇੜੇ ਕਿਉਂ ਨਹੀਂ ਰਹਿੰਦਾ। ਉਦਮ ਕਰਕੇ ਰੱਬ ਦੇ ਕੋਲ ਕਿਉਂ ਨਹੀਂ ਹੋ ਜਾਂਦਾ। ਨੇੜੇ ਹੋ, ਇਸ ਮਨ ਨੂੰ ਆਵਾਜ਼ ਦੇ, ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ। हे ਮੇਰੇ ਮਨ, ਸਦਾ ਰੱਬ ਦੇ ਨਾਲ ਹੀ ਰਹਿ, ਤੂੰ ਦੂਰ ਕਿਉਂ ਚਾਹੁੰਦਾ ਇਹਦੇ ਕੋਲੋਂ। ਉਹ ਤੇ ਤੇਰੇ ਨਾਲ ਹੀ ਹੈ, ਤੇਰੇ ਤੋਂ ਦੂਰ ਤੇ ਹੈ ਹੀ ਨਹੀਂ ਉਹ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਮਨੇ ਅਸਲੀਅਤ, ਆਪਣੀ ਅਸਲੀਅਤ ਦੇਖ ਤੂੰ ਹੈ ਕੀ ਹੈ। ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ, ਉਹ ਹਰੀ ਪ੍ਰਭੂ ਚ ਤੇ ਮਨ ਤੇਰੇ ਨਾਲ ਹੀ ਹੈ। ਗੁਰਮਤੀ ਰੰਗ ਮਾਣ, ਗੁਰੂ ਦੀ ਮੱਤ ਲੈ ਲੈ, ਫਿਰ ਉਹਨੂੰ ਮਾਣ ਨਹੀਂ ਰੱਬ ਨੂੰ, ਉਸ ਪ੍ਰਭੂ ਨੂੰ ਮਾਣ ਨਹੀਂ ਆਪਣੀ ਜ਼ਿੰਦਗੀ ਚ। ਗੁਰੂ ਦੀ ਮੱਤ ਲੈ ਕੇ ਸਮਝ ਲੈ, ਗੁਰੂ ਦਾ ਗਿਆਨ ਲੈ ਕੇ ਸਮਝ ਲੈ ਕਿ ਉਹ ਪ੍ਰਭੂ ਤੇਰੇ ਤੋਂ ਦੂਰ ਨਹੀਂ ਹੈ। ਛੱਛਾ
ਇਹ ਛਤਰਪਤ ਪਾਸਾ, ਛੱਕ ਕੇ ਨਾ ਰਹੋ, ਛਾੜ ਕੇ ਨਾ ਆਸਾ। ਪ੍ਰਭੂ ਸਾਡੇ ਨਾਲ ਹੀ ਹੈ। ਪ੍ਰਭੂ ਦੂਰ ਨਹੀਂ ਹੁੰਦਾ ਸਾਡੇ ਤੋਂ, ਅਸੀਂ ਪ੍ਰਭੂ ਤੋਂ ਦੂਰ ਹੋ ਜਾਂਦੇ ਹਾਂ। ਰੱਬ ਸਾਡੇ ਤੋਂ ਦੂਰ ਨਹੀਂ ਹੁੰਦਾ, ਅਸੀਂ ਰੱਬ ਤੋਂ ਦੂਰ ਚਲੇ ਜਾਂਦੇ ਹਾਂ। ਕਿਵੇਂ ਚਲੇ ਜਾਂਦੇ ਹਾਂ ਦੂਰ? ਰੱਬ ਤੇ ਸਾਡੇ ਨਾਲ ਹੈ, ਸੱਚ ਰੂਪ ਸਾਡੇ ਅੰਦਰ ਬੈਠਾ ਹੈ, ਗੁਣਾ ਰੂਪ ਸਾਡੇ ਅੰਦਰ ਬੈਠਾ। ਉਹ ਗੁਣੀ ਨਿਧਾਨ ਹੈ, ਗੁਣਾ ਦਾ ਖਜ਼ਾਨਾ ਹੈ, ਤੇ ਗੁਣਾ ਰੂਪ ਹੋ ਕੇ ਸਾਡੇ ਅੰਦਰ ਹੀ ਬੈਠਾ ਹੈ। ਸੱਚ ਦੇ ਰੂਪ ਦੇ ਵਿੱਚ, ਸੰਤੋਖ ਦੇ ਰੂਪ ਸਾਡੇ ਅੰਦਰ ਬੈਠਾ ਹੈ, ਦਇਆ ਦੇ ਰੂਪ ਸਾਡੇ ਅੰਦਰ ਹੀ ਹੈ, ਉਹ ਧੀਰਜ ਦੇ ਰੂਪ ਚ ਅੰਦਰ ਹੈ, ਧਰਮ ਦੇ ਰੂਪ ਚ ਅੰਦਰ ਹੈ, ਨਿਮਰਤਾ ਦੇ ਰੂਪ ਚ ਅੰਦਰ ਹੈ, ਖਿਮਾ ਦੇ ਰੂਪ ਚ ਅੰਦਰ ਹੈ, ਸਹਿਨਸ਼ੀਲਤਾ ਦੇ ਰੂਪ ਚ ਅੰਦਰ ਹੈ ਸਾਡੇ ਅੰਦਰ। ਉਹ ਗੁਣਾ ਦੇ ਰੂਪ ਸਾਡੇ ਅੰਦਰ ਹੀ ਹੈ, ਹਰ ਵਕਤ ਸਾਡੇ ਨਾਲ ਹੈ। ਉਹ ਤੇ ਕਣ ਕਣ ਵਿੱਚ ਹੈ, ਐਸਾ ਕੋਈ ਕਣ ਨਹੀਂ ਜਿਹਦੇ ਤੋਂ ਰੱਬ ਦੂਰ ਹੋਵੇ। ਉਹ ਤੇ ਕਣ ਕਣ ਵਿੱਚ ਹੈ, ਜ਼ਰੇ ਜ਼ਰੇ ਵਿੱਚ ਹੈ, ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਨਿਰਭੈਤਾ ਦੇ ਰੂਪ ਵਿੱਚ ਹੈ, ਨਿਰਵੈਰਤਾ ਦੇ ਰੂਪ ਵਿੱਚ ਹੈ, ਅਜੂਨੀ ਦੇ ਰੂਪ ਵਿੱਚ ਹੈ, ਅਕਾਲ ਦੇ ਰੂਪ ਵਿੱਚ ਹੈ, ਕਰਤੇ ਦੇ ਰੂਪ ਵਿੱਚ ਹੈ, ਸੱਚ ਦੇ ਰੂਪ ਵਿੱਚ ਹੈ। ਪਰ ਅਸੀਂ ਦੂਰ ਹੋ ਗਏ ਰੱਬ ਤੋਂ, ਅਸੀਂ ਸੱਚ ਤੋਂ ਦੂਰ ਹੋ ਗਏ, ਅਸੀਂ ਦਇਆ ਤੋਂ ਦੂਰ ਚਲੇ ਗਏ, ਅਸੀਂ ਨਿਰਵੈਰਤਾ ਤੋਂ ਦੂਰ ਚਲੇ ਗਏ, ਅਸੀਂ ਇਮਾਨਦਾਰੀ ਤੋਂ ਦੂਰ ਚਲੇ ਗਏ, ਅਸੀਂ ਸੱਚਾਈ ਤੋਂ ਕੋਹਾਂ ਦੂਰ ਹੋ ਗਏ, ਅਸੀਂ ਇਨਸਾਨੀਅਤ ਤੋਂ ਦੂਰ ਚਲੇ ਗਏ, ਅਸੀਂ ਪ੍ਰੇਮ ਤੋਂ ਦੂਰ ਚਲੇ ਗਏ। ਪ੍ਰਭੂ ਸਾਡੇ ਤੋਂ ਦੂਰ ਨਹੀਂ ਗਿਆ, ਅਸੀਂ ਦੂਰ ਚਲੇ ਗਏ। ਉਹ ਤੇ ਗੁਣਾ ਰੂਪ ਸਾਡੇ ਅੰਦਰ ਹੈ, ਹਰ ਇਨਸਾਨ ਰੱਬ ਦਾ ਰੂਪ ਹੈ। ਸਤਿਗੁਰੂ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਦੇਖੋ, ਤੁਹਾਨੂੰ ਹਜ਼ਾਰ ਪ੍ਰਮਾਣ ਮਿਲ ਜਾਣਗੇ। ਥਾਂ ਥਾਂ ਤੇ ਗੁਰੂ ਜੀ ਨੇ ਵਚਨ ਕੀਤਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹਦੇ ਤੋਂ ਬਿਨਾਂ ਹੈ ਹੀ ਕੋਈ ਨਹੀਂ ਹੈ। ਸਾਰੇ ਹੀ ਰੱਬ ਦਾ ਰੂਪ ਨੇ। ਮੈਂ ਰੱਬ ਦਾ ਰੂਪ ਹਾਂ, ਤੁਸੀਂ ਰੱਬ ਦਾ ਰੂਪ ਹੋ, ਤੀਸਰੇ ਬੰਦਾ ਰੱਬ ਦਾ ਰੂਪ ਹੈ, ਮੇਰੇ ਮਿੱਤਰ ਰੱਬ ਦਾ ਰੂਪ ਨੇ, ਜਿਨ੍ਹਾਂ ਨੂੰ ਮੈਂ ਦੁਸ਼ਮਣ ਮੰਨੀ ਬੈਠਾ ਉਹ ਰੱਬ ਦਾ ਰੂਪ ਨੇ। ਰੱਬ ਤੇ ਸਾਰਿਆਂ ਦੇ ਅੰਦਰ ਹੈ, ਪਰ ਮੇਰੇ ਵਰਗੇ ਰੱਬ ਤੋਂ ਦੂਰ ਚਲੇ ਗਏ। ਕਿਉਂ? ਅਸੀਂ ਰੱਬ ਵਰਗਾ ਵਿਹਾਰ ਨਹੀਂ ਕਰ ਰਹੇ ਹਾਂ। ਰੱਬ ਦਾ ਵਿਹਾਰ ਹੈ ਨਿਰਵੈਰ, ਮੈਂ ਰੱਬ ਵਾਲਾ ਵਿਹਾਰ ਨਿਰਵੈਰ ਨਹੀਂ ਕਰ ਰਿਹਾ। ਰੱਬ ਦਾ ਵਿਹਾਰ ਹੈ ਪ੍ਰੇਮ, ਮੈਂ ਦੂਜੇ ਨਾਲ ਪ੍ਰੇਮ ਨਹੀਂ ਕਰ ਰਿਹਾ। ਰੱਬ ਦਾ ਵਿਹਾਰ ਹੈ ਦਇਆ, ਮੈਂ ਦਇਆ ਵਾਲਾ ਵਿਹਾਰ ਨਹੀਂ ਕਰ ਰਿਹਾ, ਤਰਸ ਵਾਲਾ ਵਿਹਾਰ ਨਹੀਂ ਕਰ ਰਿਹਾ। ਰੱਬ ਮੇਰੇ ਤੋਂ ਵੱਖਰਾ ਨਹੀਂ ਹੈ, ਮੈਂ ਰੱਬ ਤੋਂ ਵੱਖ ਹੋ ਗਿਆ। ਉਹ ਤੇ ਮੇਰੇ ਅੰਗ ਸੰਗ ਹੈ। ਬਸ ਅਜੀਬ ਤੋਂ ਔਗਣ ਛੱਡ ਕੇ ਗੁਣਾ ਨਾਲ ਕਿਉਂ ਨਹੀਂ ਸਾਂਝ ਪਾਉਂਦਾ? ਜਿੱਦਣ ਗੁਣਾ ਨਾਲ ਸਾਂਝ ਪੈ ਜਾਏਗੀ ਤਾਂ ਰੱਬ ਦੇ ਨੇੜੇ ਹੋ ਜਾਏਗਾ। ਉਹ ਤੇ ਹੈ ਹੀ ਨੇੜੇ। ਤੈਨੂੰ ਭਰਮ ਪੈ ਗਿਆ ਕਿ ਮੈਂ ਦੂਰ ਚਲਾ ਗਿਆ, ਕਿਉਂਕਿ ਤੂੰ ਗੁਣਾ ਤੋਂ ਦੂਰ ਚਲਾ ਗਿਆ, ਇਸ ਕਰਕੇ ਭਰਮ ਪੈਦਾ ਹੋ ਗਿਆ। ਰੇ ਮਨ ਮੈਂ ਤਾਂ ਛਿਨ ਛਿਨ ਸਮਝਾਵਾ, ਇੱਥੇ ਸਮਝਾਵਾ ਨਹੀਂ ਬਣੇਗਾ, ਸਮਝਾਵਾ। ਰੇ ਮਨ ਮੈਂ ਤਾਂ ਛਿਨ ਛਿਨ ਸਮਝਾਵਾ, हे ਮੇਰੇ ਮਨ ਮੈਂ ਤੇਰੇ ਇੱਕ ਇੱਕ ਪਲ ਸਮਝਾਇਆ। ਜੇ ਸਮਝਾਵਾਂ ਪਾਠ ਕਰਾਂਗੇ ਅਰਥ ਤੇ ਉਹ ਵੀ ਗਲਤ ਨਹੀਂ ਹੋਣਗੇ। ਮੈਂ ਤੈਨੂੰ ਪਲ ਪਲ ਸਮਝਾਉਂਦਾ ਹਾਂ, ਪਰ ਅੱਗੇ ਬੰਦਾਵਾ ਜਿਹੜਾ ਕਾਫੀ ਹਰਦੀਫ ਪੂਰਾ ਨਹੀਂ ਰਲੇਗਾ, ਕਿਉਂਕਿ ਬੰਦਾਵਾ ਹੈ। ਇਸ ਕਰਕੇ ਮੈਂ ਸਮਝਾਇਆ ਅਰਥ ਠੀਕ ਬਣ ਜਾਏਗਾ। ਤੇ ਜੇ ਅਸੀਂ ਸਹਿਬ ਸਿੰਘ ਦਾ ਅਰਥ ਵੀ ਲਈਏ ਤੇ ਉਹ ਵੀ ਮਾੜਾ ਨਹੀਂ ਹੈ। ਸਿਰਫ ਕਾਫੀਆ ਹਰਦੀਫ ਲਾਉਣ ਵਾਸਤੇ ਅਸੀਂ ਇਸ ਤਰ੍ਹਾਂ ਵੀ ਇਸ ਤੁਕ ਦਾ ਅਰਥ ਕਰ ਸਕਦੇ ਹਾਂ ਕਿ ਮੈਂ ਤੈਨੂੰ ਸਮਝਾਉਂਦਾ ਰਿਹਾ ਹਾਂ, ਮੈਂ ਤੈਨੂੰ ਸਮਝਾਇਆ, ਇੱਕ ਇੱਕ ਖਿਨ ਸਮਝਾਇਆ। ਰੇ ਮਨ ਮੈਂ ਤਾਂ ਛਿਨ ਛਿਨ ਸਮਝਾਵਾ, ਇੱਕ ਇੱਕ ਪਲ ਤੈਨੂੰ ਸਮਝਾਇਆ। ਹਰ ਵੇਲੇ ਅਸੀਂ ਵੀ ਸਮਝਾਣਾ ਹੈ ਆਪਣੇ ਮਨ ਨੂੰ ਸਮਝਾਣਾ ਹੈ ਕਿ ਮਨ ਹੀ ਦੂਰ ਭਟਕਾ ਰਿਹਾ, ਮਨ ਹੀ ਦੂਰ ਭਟਕ ਰਿਹਾ। ਕਿਉਂ? ਕਿਉਂਕਿ ਮਨ ਦੇ ਵਿਚਾਰ ਸਾਨੂੰ ਭਟਕਾ ਰਹੇ ਨੇ। ਮਨ ਕੀ ਹੈ? ਵਿਚਾਰਾਂ ਦਾ ਸੰਗ੍ਰਹਿ, ਸੰਕਲਪ ਤੇ ਵਿਕਲਪ। ਕੋਈ ਚੀਜ਼ ਕਰਨ ਦਾ ਵਿਚਾਰ ਪੈਦਾ ਹੋਣਾ ਸੰਕਲਪ, ਇਰਾਦਾ ਢਾ ਦੇਣਾ ਉਹ ਵਿਕਲਪ ਹੈ। ਇਹ ਜਿਹੜੇ ਵਿਚਾਰ ਨੇ ਬਸ ਇਹੀ ਭਟਕਾ ਰਹੇ ਨੇ। ਵਿਚਾਰ ਕਹਿ ਰਹੇ ਨੇ ਤੂੰ ਕਿੱਥੇ ਰੱਬ, ਤੇਰੇ ਅੰਦਰ ਕਿੱਥੇ ਰੱਬ? ਤੇਰੇ ਅੰਦਰ ਤੇ ਪਾਪ ਨੇ, ਤੇਰੇ ਅੰਦਰ ਤੇ ਕ੍ਰੋਧ ਬੜਾ ਹੈ, ਤੇਰੇ ਅੰਦਰ ਤੇ ਨਿੰਦਾ ਬੜੀ ਹੈ, ਤੇਰੇ ਅੰਦਰ ਤੇ ਝੂਠ ਬੜਾ ਹੈ। ਮਨ ਤੇ ਸਾਨੂੰ ਇਹ ਕਹਿ ਰਿਹਾ, ਮਨ ਭਟਕਾ ਰਿਹਾ, ਮਨ ਦੇ ਵਿਚਾਰ ਭਟਕਾ ਰਹੇ ਨੇ। ਮੈਂ ਹੁਣ ਮਨ ਦੇ ਪਿੱਛੇ ਚੱਲਾਂ ਕਿ ਗੁਰੂ ਜੀ ਦੇ ਪਿੱਛੇ ਚੱਲਾਂ? ਮਨ ਕਹਿ ਰਿਹਾ ਤੂੰ ਪਾਪੀ ਹੈ, ਤੂੰ ਝੂਠਾ ਹੈ, ਤੂੰ ਬੇਈਮਾਨ ਹੈ, ਤੂੰ ਕ੍ਰੋਧੀ ਹੈ। ਗੁਰੂ ਜੀ ਕਹਿੰਦੇ ਨੇ ਤੂੰ ਰੱਬ ਦਾ ਰੂਪ ਹੈ, ਤੇਰੇ ਵਿੱਚ ਰੱਬ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ, ਗੁਰੂ ਜੀ ਤੇ ਇਹ ਕਹਿ ਰਹੇ ਨੇ। ਇਸ ਕਰਕੇ ਮੈਂ ਮਨ ਨੂੰ ਬਾਰ-ਬਾਰ ਸਮਝਾਇਆ, ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ। ਕਿੰਨੀ ਵਾਰ ਸਮਝਾਇਆ?
ਸਦਾ ਨਾਲ ਰਹਿ। ਮਨ ਦੇ ਅੰਦਰ ਵਿਚਾਰ ਪੈਦਾ ਕਰੋ, ਤਾਂਘ ਪੈਦਾ ਕਰੋ ਕਿ ਮੈਂ ਵਿਕਾਰਾਂ ਤੋਂ ਦੂਰ ਹੋ ਕੇ ਗੁਣਾਂ ਦੇ ਨੇੜੇ ਹੋਣਾ ਹੈ। ਮਨ ਨੂੰ ਪ੍ਰੇਰਨਾ ਦੇਣੀ, ਰੇ ਮਨ, ਹੇ ਮੇਰੇ ਮਨ, ਸੰਬੋਧਨ ਕੀਤਾ ਜਾ ਰਿਹਾ ਮਨ ਨੂੰ, ਮੈਂ ਤੋਂ ਛਿਨ ਛਿਨ ਸਮਝਾਵਾ, ਮੈਂ ਤੇ ਤੈਨੂੰ ਪਲ ਪਲ ਸਮਝਾਇਆ, ਤਾਹੇ ਛਾੜ ਕਤ ਆਪ ਬੰਧਾਵਾ। ਇਹ ਮਨ ਤੈਨੂੰ ਤੇ ਕਿੰਨੀ ਵਾਰ ਸਮਝਾਇਆ, ਫਿਰ ਤੂੰ ਛੱਡ ਕੇ ਕਿਉਂ ਬੰਨਿਆ ਜਾ ਰਿਹਾ ਹੈ? ਤਾਹੇ ਛਾੜ, ਉਹਨੂੰ ਤਾਂ ਵੀ ਛੱਡ ਕੇ, ਕਤ ਮੈਨੇ ਕਿੱਥੇ, ਆਪ ਬੰਧਾਵਾ, ਬੰਧਾਵਾ ਮੈਨੇ ਬਣਵਾ ਰਹੇ ਹੈ। ਹੇ ਮੇਰੇ ਮਨ, ਕਿਉਂ ਤੂੰ ਆਪਣੇ ਆਪ ਨੂੰ ਵਿਕਾਰਾਂ ਚ ਬਣਵਾ ਰਿਹਾ ਹੈ? ਉਸ ਪ੍ਰਭੂ ਨੂੰ ਛੱਡ ਕੇ, ਤਾਹੇ ਮੈਨੇ ਉਸ ਪ੍ਰਭੂ ਨੂੰ ਛਾੜ, ਮੈਨੇ ਛੱਡ ਕੇ, ਉਸ ਪ੍ਰਭੂ ਨੂੰ ਛੱਡ ਕੇ, ਕਤ ਆਪ ਬੰਧਾਵਾ, ਕਿਉਂ ਤੂੰ ਆਪਣੇ ਆਪ ਨੂੰ ਵਿਕਾਰਾਂ ਵਿੱਚ ਬਣਾ ਰਿਹਾ ਹੈ? ਈਰਖਾ ਵਿੱਚ ਬੰਨਿਆ ਜਾ ਰਿਹਾ ਜੀਵ, ਨਫ਼ਰਤ ਵਿੱਚ ਬੰਨਿਆ ਜਾ ਰਿਹਾ ਹੈ, ਝੂਠ ਵਿੱਚ ਬੰਨਿਆ ਜਾ ਰਿਹਾ ਹੈ, ਨਿੰਦਾ ਵਿੱਚ ਬੰਨਿਆ ਜਾ ਰਿਹਾ ਹੈ, ਚੁਗਲੀ ਵਿੱਚ ਬੰਨਿਆ ਜਾ ਰਿਹਾ ਹੈ। ਪਰ ਕੀ ਹੋਇਆ? ਹੈ ਪ੍ਰਭੂ ਨੇੜੇ, ਪਰ ਇਸ ਪ੍ਰਭੂ ਨੂੰ ਛੱਡ ਕੇ ਇਹ ਆਪਣੇ ਆਪ ਨੂੰ ਵਿਕਾਰਾਂ ਵਿੱਚ ਬਣਾਈ ਜਾ ਰਹੀ ਹੈ, ਆਪਣੇ ਆਪ ਵਿੱਚ ਦੁੱਖਾਂ ਚ ਜਕੜਿਆ ਹੋਇਆ, ਮੁਸੀਬਤਾਂ ਚ ਫਸ ਗਿਆ, ਪਰੇਸ਼ਾਨੀਆਂ ਚ ਫਸ ਗਿਆ। ਜੇ ਕਿਤੇ ਹੀ ਮਨ ਰੱਬੀ ਗੁਣਾਂ ਨਾਲ ਜੁੜ ਜਾਏ, ਗੁਣਾਂ ਨੂੰ ਵਰਤੇ, ਜ਼ਿੰਦਗੀ ਵਿੱਚ ਧਾਰਨ ਕਰ ਲਵੇ, ਜਦੋਂ ਇਹ ਹੀ ਮਨ ਰੱਬੀ ਗੁਣਾਂ ਨੂੰ ਧਾਰਨ ਕਰ ਲਏਗਾ, ਪ੍ਰਭੂ ਤੇ ਆਨੰਦ ਦਾ ਸੋਮਾ ਹੈ, ਇਹਦੀ ਜ਼ਿੰਦਗੀ ਚ ਆਨੰਦ ਪੈਦਾ ਹੋ ਜਾਏਗਾ, ਦੁੱਖ ਰਹੇਗਾ ਹੀ ਨਹੀਂ, ਖੁਸ਼ੀਆਂ ਜੀਵਨ ਵਿੱਚ ਆ ਜਾਣਗੀਆਂ, ਪ੍ਰਸੰਨਤਾ ਜਿਹੜੀ ਹੈ ਇਹਦੇ ਜੀਵਨ ਵਿੱਚ ਆ ਜਾਏਗੀ, ਆਨੰਦ ਪ੍ਰਗਟ ਹੋ ਜਾਏਗਾ, ਖੇੜਾ ਪ੍ਰਗਟ ਹੋ ਜਾਏਗਾ। ਐ ਮਨ, ਤੂੰ ਕਿਉਂ ਆਪਣੇ ਆਪ ਨੂੰ ਵਿਕਾਰਾਂ ਵਿੱਚ ਬਣਵਾ ਰਿਹਾ ਹੈ? ਇੱਕ ਪ੍ਰੇਰਨਾ ਦੇ ਰਹੇ ਨੇ ਭਗਤ ਕਬੀਰ ਜੀ, ਤਾਹੇ ਛਾੜ ਕਤ ਆਪ ਬੰਧਾਵਾ। ਜਿਹੜਾ ਪ੍ਰਭੂ ਕਣ ਕਣ ਵਿੱਚ ਹੈ, ਜਿੱਥੇ ਵੀ ਜਾਣਾ ਰੱਬ ਹੀ ਹੈ, ਜਿਹੜਾ ਪ੍ਰਭੂ ਕਣ ਕਣ ਵਿੱਚ ਹੈ, ਉਹਨੂੰ ਛੱਡ ਕੇ ਤੂੰ ਕਿਉਂ ਵਿਕਾਰਾਂ ਵਿੱਚ ਆਪਣੇ ਆਪ ਨੂੰ ਬਣਵਾ ਰਿਹਾ ਹੈ? ਭਗਤ ਕਬੀਰ ਜੀ ਸਾਨੂੰ ਇੱਕ ਪ੍ਰੇਰਨਾ ਦੇ ਰਹੇ ਨੇ ਕਿ ਹਰ ਇਨਸਾਨ ਵਿੱਚ ਰੱਬ ਹੈ, ਰੱਬ ਦੂਰ ਨਹੀਂ ਹੈ ਸਾਡੇ ਤੋਂ। ਇਹ ਸਾਰਾ ਦਿਸਦਾ ਹੋਇਆ ਜਗਤ ਪ੍ਰਭੂ ਦਾ ਰੂਪ ਹੀ ਹੈ, ਜੋ ਦਿਸੈ ਸੋ ਤੇਰਾ ਰੂਪ। ਹਰ ਥਾਂ ਤੇ ਪ੍ਰਭੂ ਹੀ ਹੈ, ਅੰਦਰ ਵੀ ਉਹ ਹੈ, ਬਾਹਰ ਵੀ ਉਹ ਹੈ, ਦਿਸਦੀ ਦੁਨੀਆ ਵਿੱਚ ਵੀ ਉਹ ਹੈ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵਾਨ। ਔਰ ਹਰ ਕਣ ਵਿੱਚ ਹੈ, ਹਰ ਥਾਂ ਮੌਜੂਦ ਹੈ, ਔਰ ਹਰ ਸਮੇਂ ਮੌਜੂਦ ਹੈ, ਹਰ ਹਾਲਤ ਵਿੱਚ ਹੈ। ਅਸੀਂ ਉਸ ਪ੍ਰਭੂ ਨਾਲ ਹਰ ਸਮੇਂ ਜੁੜ ਸਕਦੇ ਹਾਂ, ਹਰ ਇੱਕ ਥਾਂ ਤੇ ਜੁੜ ਸਕਦੇ ਹਾਂ, ਤੇ ਹਰ ਇੱਕ ਹਾਲਾਤ ਵਿੱਚ ਵੀ ਜੁੜ ਸਕਦੇ ਹਾਂ। ਹਰ ਸਮੇਂ ਇਹ ਨਹੀਂ ਕਿ 4 ਪਹਿਰਾਂ ਵਿੱਚ, 8 ਪਹਿਰਾਂ ਵਿੱਚ ਇੱਕ ਪਹਿਰ ਤੇ ਬੜਾ ਮਹਾਨ ਹੈ, ਬਾਕੀ ਦੇ 7 ਪਹਿਰ ਇੰਨੇ ਮਹਾਨ ਨਹੀਂ। 8 ਦੇ 8 ਪਹਿਰਾਂ 'ਚ ਜੁੜ ਸਕਦੇ ਹਾਂ, ਕੋਈ ਪਹਿਰ ਹੋਵੇ ਇਸੇ ਪਲ ਜੁੜ ਸਕਦੇ ਹਾਂ, ਔਰ ਹਰ ਥਾਂ ਤੇ ਜੁੜ ਸਕਦੇ ਹਾਂ। ਇਹ ਨਹੀਂ ਕਿ ਰੱਬ ਦਾ ਕੋਈ ਵਿਸ਼ੇਸ਼ ਥਾਂ ਹੈ ਇਸ ਧਰਤੀ ਤੇ ਵੀ ਉਹ ਜਗ੍ਹਾ ਤੇ ਬੜੀ ਪਵਿੱਤਰ ਹੈ, ਉੱਥੇ ਜਾ ਕੇ ਭਗਤੀ ਕਰਾਂਗਾ ਤੇ ਬੜੀ ਜਲਦੀ ਰੱਬ ਮਿਲ ਜਾਏਗਾ, ਤੇ ਆਪਣੇ ਘਰ 'ਚ ਬਹਿ ਕੇ ਕਰਾਂਗਾ ਜਾਂ ਦੁਕਾਨ ਤੇ ਬੈਠ ਕੇ ਭਗਤੀ ਕਰਾਂਗਾ ਫਿਰ ਰੱਬ ਜੋ ਬੜੀ ਦੇਰ ਨਾਲ ਮਿਲੇਗਾ, ਕਿਉਂਕਿ ਇਹ ਥਾਂ ਪਵਿੱਤਰ ਨਹੀਂ ਹੈ। ਹਰ ਥਾਂ ਤੇ ਕਣ ਕਣ ਵਿੱਚ ਜੇ ਰਮਿਆ ਹੋਇਆ ਹੈ ਤੇ ਹਰ ਥਾਂ ਤੇ ਉਹ ਪ੍ਰਾਪਤ ਹੋ ਸਕਦਾ ਹੈ। ਇੱਕ ਹਰ ਸਮੇਂ, ਦੂਜਾ ਹਰ ਥਾਂ ਤੇ, ਤੀਜਾ ਹਰ ਹਾਲਾਤ ਦੇ ਵਿੱਚ। ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਇਹ ਨਹੀਂ ਕਿ ਅਮੀਰ ਨੂੰ ਹੀ ਰੱਬ ਮਿਲੇਗਾ, ਗਰੀਬ ਝੌਂਪੜੀ ਵਿੱਚ ਬੈਠਾ ਹੈ, ਭਾਵੇਂ ਭੁੱਖਾ ਹੈ, ਭਾਵੇਂ ਦੁਖੀ ਹੈ, ਉਹਨੂੰ ਮਿਲ ਸਕਦਾ ਹੈ। ਜੇ ਕੋਈ ਕਿਸੇ ਵੀ ਹਾਲਤ ਦੇ ਵਿੱਚ ਹੈ, ਪਰੇਸ਼ਾਨ ਹੈ, ਮੁਸੀਬਤ ਵਿੱਚ ਹੈ, ਡੋਲ ਰਿਹਾ ਹੈ, ਉਹ ਅੱਜ ਰੱਬ ਨੂੰ ਮਿਲ ਸਕਦਾ ਹੈ। ਹਰ ਸਮੇਂ, ਹਰ ਥਾਂ ਤੇ ਹਰ ਹਾਲਤ ਦੇ ਵਿੱਚ ਅਸੀਂ ਉਸ ਪ੍ਰਭੂ ਨਾਲ ਜੁੜ ਸਕਦੇ ਹਾਂ। ਕਿਵੇਂ? ਗੁਣਾਂ ਦੇ ਧਾਰਨੀ ਹੋ ਕੇ। ਜਿਸ ਵੀ ਥਾਂ ਤੇ ਹੋਵਾਂ, ਜਿਸ ਵੀ ਸਮੇਂ ਵਿੱਚ ਹੋਵਾਂ, ਜਿਸ ਵੀ ਹਾਲਤ ਵਿੱਚ ਹੋਵਾਂ, ਜਿਸ ਦਿਨ ਮੇਰੇ ਅੰਦਰ ਦਇਆ ਦਾ ਗੁਣ ਪੈਦਾ ਹੋ ਜਾਏਗਾ, ਧਰਮ ਜਨਮ ਲੈ ਲਏਗਾ। ਜਿਸ ਦਿਨ ਮੇਰੇ ਅੰਦਰ ਪ੍ਰੇਮ ਪ੍ਰਗਟ ਹੋਏਗਾ, ਰੱਬ ਪ੍ਰਗਟ ਹੋ ਜਾਏਗਾ। ਜਿਸ ਦਿਨ ਮੈਂ ਸੱਚ ਬੋਲਣਾ ਸ਼ੁਰੂ ਕਰ ਦਿਆਂਗਾ, ਭਾਵੇਂ ਮੈਂ ਅਮੀਰੀ ਚ, ਭਾਵੇਂ ਗਰੀਬੀ ਚ, ਭਾਵੇਂ ਸਵੇਰੇ ਆ, ਭਾਵੇਂ ਸ਼ਾਮ ਆ, ਭਾਵੇਂ ਮੈਂ ਧਰਮ ਸਥਾਨ ਤੇ ਆ, ਭਾਵੇਂ ਘਰ ਵਿੱਚ ਆ, ਭਾਵੇਂ ਦੁਕਾਨ ਤੇ ਆ, ਜਿੱਥੇ ਮੈਂ ਸੱਚ ਬੋਲਿਆ ਉੱਥੇ ਰੱਬ ਨਾਲ ਜੁੜ ਗਿਆ ਮੈਂ। ਕੋਈ ਥਾਂ ਦਾ ਵਿਤਕਰਾ ਨਹੀਂ, ਕੋਈ ਸਮੇਂ ਦਾ ਵਿਤਕਰਾ ਨਹੀਂ, ਕੋਈ ਹਾਲਾਤ ਦਾ ਵਿਤਕਰਾ ਨਹੀਂ। ਭਗਤ ਜੀ ਆਖਦੇ ਨੇ, ਕਿਉਂ ਨਹੀਂ ਤੂੰ ਜੁੜਦਾ? ਉੱਥੇ ਹਰ ਥਾਂ ਤੇ ਹੈ। ਤੂੰ ਕਿਉਂ ਆਪਣੇ ਆਪ ਨੂੰ ਵਿਕਾਰਾਂ ਚ ਬਣਾ ਰਿਹਾ ਹੈ? ਤੂੰ ਕਿਉਂ ਨਹੀਂ ਗੁਣਾਂ ਦੇ ਨਾਲ ਜੁੜ ਜਾਂਦਾ? ਤਾਹੇ ਛਾੜ ਕਤ ਆਪ ਬੰਧਾਵਾ।
ਅਸੀਂ ਸੱਚਮੁੱਚ ਗੁਣਾਂ ਦੇ ਧਾਰਨੀ ਹੋ ਕੇ ਕਿਸੇ ਪਲ ਵੀ ਰੱਬ ਨਾਲ ਜੁੜ ਸਕਦੇ ਹਾਂ। ਆਮ ਤੌਰ ਤੇ ਕਿਹਾ ਜਾਂਦਾ ਸੀ ਕਿ ਜਨਮਾਂ ਜਨਮਾਂਤਰਾਂ ਦੀ ਭਗਤੀ ਚਾਹੀਦੀ ਤਾਂ ਜਾ ਕੇ ਰੱਬ ਮਿਲਦਾ ਹੈ। ਬਾਣੀ ਨੇ ਇਸ ਮਾਨਤਾ ਨੂੰ ਰੱਦ ਕਰ ਦਿੱਤਾ, ਇਹ ਵਿਚਾਰਧਾਰਾ ਨੂੰ ਕੈਂਸਲ ਕਰ ਦਿੱਤਾ। ਇਹ ਨਹੀਂ ਹੋ ਸਕਦਾ ਵੀ ਕਈ ਜਨਮਾਂ ਦੀ ਭਗਤੀ ਤਾਂ ਰੱਬ ਮਿਲੇਗਾ। ਨਹੀਂ, ਅੱਜ ਮਿਲ ਜਾਏਗਾ। ਤੂੰ ਵਿਕਾਰਾਂ ਨੂੰ ਛੱਡ ਤੇ ਸਹੀ, ਗੁਣਾਂ ਨੂੰ ਛੱਡ ਦੇ, ਗੁਣਾਂ ਨਾਲ ਸਾਂਝ ਪਾ ਲੈ, ਹੁਣ ਮਿਲ ਜਾਏ। ਆਜ ਮਿਲਾਵਾ ਸ਼ੇਖ ਫਰੀਦ, ਕੱਲ ਤੇ ਕਦੀ ਆਉਂਦਾ ਹੀ ਨਹੀਂ ਹੈ, ਜਦੋਂ ਮਿਲੇਗਾ ਅੱਜ ਹੀ ਮਿਲੇਗਾ। ਆਜ ਮਿਲਾਵਾ ਸ਼ੇਖ ਫਰੀਦ, ਟਾਕੇ ਮੁਕੁੰਜੜੀਆਂ ਮਨੋਂ ਮਚੰਦੜੀਆਂ। ਮਨ ਨੂੰ ਮਚਾ ਦੇਣ ਵਾਲੇ ਜਿਹੜੇ ਵਿਕਾਰ ਨੇ, ਇਹਨਾਂ ਤੋਂ ਸੰਕੋਚ ਕਰ ਲੈ, ਅੱਜ ਮਿਲ ਜਾਏ, ਹੁਣੇ ਹੀ ਮਿਲ ਜਾਏ। ਹੋ ਕਿਉਂ ਕੱਲ ਤੇ ਪਿਆ ਹੋਇਆ? ਕਬੀਰ ਕਾਲ ਕਰੰਤਾ ਅਭੈ ਕਰ, ਅਭੈ ਮੈਨੇ ਹੁਣੀ, ਇਸੇ ਪਲ। ਇਹ ਨਹੀਂ ਵੀ ਅਗਲੇ ਪਲ ਜਾਂ 5 ਮਿੰਟ ਬਾਅਦ ਰੱਬ ਮਿਲੇਗਾ, ਹੁਣੇ ਮਿਲ ਸਕਦਾ। ਅਭੈ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਇ ਤਾਲ, ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਸਾਨੂੰ ਸਮਝਾ ਰਹੇ ਨੇ ਭਗਤ ਜੀ ਕਿ ਕਿਉਂ ਆਪਣੇ ਆਪ ਨੂੰ ਦੁੱਖਾਂ 'ਚ ਬਣਵਾ ਰਹੇ ਹੋ, ਕਿਉਂ ਮੁਸੀਬਤਾਂ ਸਹੇੜ ਰਹੇ ਹੋ। ਥੋੜਾ ਜਿਹਾ ਯਤਨ ਕਰੋ, ਬਸ ਥੋੜੀ ਜਿਹੀ ਕੋਸ਼ਿਸ਼ ਕਰੋ, ਗੁਣਾਂ ਦੇ ਨਾਲ ਜੀਵਨ ਜੀ ਲਓ। ਤੁਹਾਡੀ ਜ਼ਿੰਦਗੀ 'ਚ ਸੁੱਖ ਆ ਜਾਏਗਾ, ਸ਼ਾਂਤੀ ਆ ਜਾਏਗੀ, ਆਨੰਦ ਆ ਜਾਏਗਾ। ਥੋੜੀ ਜਿਹੀ ਕੋਸ਼ਿਸ਼ ਕਰਕੇ ਦੇਖੋ, ਇਸ ਮਨ ਨੂੰ ਸਮਝਾ ਲਓ, ਹਰੇ ਮਨ ਮੈਂ ਤੋਂ ਛਿਨ ਛਿਨ ਸਮਝਾਵਾ, ਤਾਹੀਂ ਛਾੜ ਕਿਤਾਬ ਬਦਾਵਾ। ਮੈਂ ਤੈਨੂੰ ਬਾਰ-ਬਾਰ ਸਮਝਾਇਆ, ਐ ਮਨ ਤੂੰ ਕਿਉਂ ਉਸ ਪ੍ਰਭੂ ਨੂੰ ਛੱਡ ਕੇ ਦੁੱਖਾਂ ਨੂੰ ਸਹੇੜ ਰਿਹਾ, ਕਿਉਂ ਮੁਸੀਬਤਾਂ 'ਚ ਬੰਨਿਆ ਜਾ ਰਿਹਾ। ਥੋੜੀ ਕੋਸ਼ਿਸ਼ ਕਰੋ, ਥੋੜਾ ਯਤਨ ਕਰੋ। ਉਹ ਤੇ ਇੱਥੇ ਹੀ ਹੈ, ਛੱਛਾ ਇਹ ਛਤਰਪਤ ਪਾਸਾ ਤੇਰੇ ਨੇੜੇ ਹੈ। ਥੋੜਾ ਜਿਹਾ ਗੁਣਾਂ ਨਾਲ ਸਾਂਝ ਪਾ ਕੇ ਦੇਖੋ, ਜੀਵਨ ਵਿੱਚ ਸੁੱਖ ਆ ਜਾਏਗਾ, ਸ਼ਾਂਤੀ ਆ ਜਾਏਗੀ, ਆਨੰਦ ਆ ਜਾਏਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸਦਾ ਖਿੜਾ ਜਾਏਗਾ। ਇਸ ਤੋਂ ਅਗਲਾ ਜਿਹੜਾ ਬੰਦ ਹੈ, 14ਵਾਂ ਬੰਦ, ਛੱਛੇ ਤੋਂ ਬਾਅਦ ਜੱਜਾ ਅੱਖਰ ਆ ਗਿਆ। ਜੱਜਾ ਜੋ ਤਨ ਜੀਵਤ ਜਰਾਵੇ। ਹੁਣ ਜੱਜੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਉਪਦੇਸ਼ ਕਰ ਰਹੇ ਹਨ। ਜੱਜਾ ਜੋ ਤਨ ਜੀਵਤ ਜਰਾਵੇ, ਜੋਬਨ ਜਾਰ ਜੁਗਤ ਸੋ ਪਾਵੇ। ਜੱਜੇ ਅੱਖਰ ਦੇ ਰਾਹੀਂ ਹੁਣ ਅਗਲਾ ਉਪਦੇਸ਼ ਹੈ, ਜੋ ਤਨ ਜੀਵਤ ਜਰਾਵੇ। ਜੋ ਮੈਨੇ ਜੇ, ਜਦੋਂ ਜਰਾਵੇ ਮੈਨੇ ਸਾੜ ਦੇਵੇਂ, ਜੇ ਸਾੜਨਾ ਹੈ, ਜੋ ਤਨ ਜੀਵਤ ਜਰਾਵੇ। ਜੱਜੇ ਅੱਖਰ ਦੇ ਰਾਹੀਂ ਉਪਦੇਸ਼ ਹੈ ਭਗਤ ਜੀ ਦਾ। ਕਹਿਣ ਲੱਗੇ ਜੋ ਤਨ, ਜੋ ਮੈਨੇ ਜਦੋਂ, ਜੇਕਰ, ਜਰਾਵੇ ਮੈਨੇ ਜਲਾਉਂਦਾ ਹੈ, ਸਾੜਦਾ ਹੈ, ਜੀਵਤ ਮੈਨੇ ਜਿਉਂਦਿਆਂ ਜੀ, ਜਿਉਂਦਿਆਂ ਜੀ। ਜੇ ਜਿਉਂਦਿਆਂ ਜੀ ਆਪਣੇ ਸਰੀਰ ਨੂੰ ਤੂੰ ਸਾੜ ਦਿੰਦਾ ਹੈ, ਜੇ ਜਿਉਂਦੇ ਜੀ ਆਪਣੇ ਸਰੀਰ ਨੂੰ ਤੂੰ ਸਾੜ ਦਿੰਦਾ ਹੈ, ਤਨ ਮੈਨੇ ਸਰੀਰ। ਹੁਣ ਇੱਥੇ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਅੱਗ ਵਿੱਚ ਜਾ ਕੇ ਬਹਿ ਜਾਈਏ ਵੀ ਸਰੀਰ ਸੜ ਜਾਏ, ਕਿਉਂਕਿ ਭਗਤ ਜੀ ਕਹਿ ਰਹੇ ਨੇ ਵੀ ਜਦੋਂ ਤੂੰ ਆਪਣੇ ਸਰੀਰ ਨੂੰ ਸਾੜੇਗਾ, ਉਦੋਂ ਤੈਨੂੰ ਰੱਬ ਦੇ ਮਿਲਣ ਦੀ ਜੁਗਤੀ ਮਿਲੇਗੀ। ਜੋਬਨ ਜਾਰ ਜੁਗਤ ਸੋ ਪਾਵੇ, ਉਹਨੂੰ ਜੁਗਤੀ ਮਿਲਦੀ ਰੱਬ ਦੇ ਮਿਲਾਪ ਦੀ। ਉਹਨੂੰ ਜੋਬਨ ਸਾੜਨਾ ਪੈਂਦਾ, ਤਨ ਸਾੜਨਾ ਪੈਂਦਾ। ਹੁਣ ਇੱਥੇ ਅੱਖਰੀ ਅਰਥ ਕਰਾਂਗੇ ਤੇ ਮੁਗਾਲਤੇ 'ਚ ਪੈ ਜਾਵਾਂਗੇ, ਭੁਲੇਖੇ 'ਚ ਪੈ ਜਾਵਾਂਗੇ। ਸਾਨੂੰ ਇੱਥੇ ਭਾਵ ਅਰਥ ਲੈਣੇ ਪੈਣਗੇ। ਜੱਜਾ ਜੋ ਤਨ ਜੀਵਤ ਜਰਾਵੇ, ਜਦੋਂ, ਜੇਕਰ, ਤਨ, ਇੱਥੇ ਤਨ ਦਾ ਮਤਲਬ ਹੈ ਤਨ ਦੀਆਂ ਵਾਸ਼ਨਾਵਾਂ, ਇਸ ਤਨ ਦੇ ਵਿਕਾਰ। ਜਦੋਂ ਜਿਉਂਦੇ ਜੀ, ਜੀਵਤ ਮੈਨੇ ਜਿਉਂਦੇ ਜੀ ਆਪਣੀਆਂ ਤਨ ਦੀਆਂ ਵਾਸ਼ਨਾ ਸਾੜ ਦੇਵੇਂ, ਜਰਾਵੇ ਮੈਨੇ ਸਾੜ ਦੇਵੇਂ। ਜੇ ਤੂੰ ਸਾੜਨਾ ਹੈ, ਤਨ ਨੂੰ ਨਹੀਂ ਸਾੜਨਾ, ਜਿਉਂਦੇ ਜੀ, ਤਨ ਮਾਰਨਾ ਥੋੜੀ ਹੈ, ਰਹਿਣਾ ਜਿਉਂਦੇ ਹੀ ਹੈ, ਪਰ ਤਨ ਦੀਆਂ ਵਾਸ਼ਨਾਵਾਂ ਨੂੰ ਸਾੜ ਦੇਣਾ ਹੈ। ਜਿਹੜਾ ਮਨੁੱਖ ਜਿਉਂਦੇ ਜੀ ਆਪਣੇ ਜੀਵਨ ਦੇ ਵਿੱਚ ਵਾਸ਼ਨਾਵਾਂ ਨੂੰ ਸਾੜ ਦਿੰਦਾ ਹੈ, ਤਨ ਮਨ ਦੀਆਂ ਵਾਸ਼ਨਾਵਾਂ ਨੂੰ, ਵਿਸ਼ੇ ਵਿਕਾਰਾਂ ਨੂੰ ਖਤਮ ਕਰ ਦਿੰਦਾ ਹੈ, ਜੀਵਨ ਦੇ ਵਿੱਚੋਂ ਕ੍ਰੋਧ ਮੁਕਾ ਦਿੰਦਾ ਹੈ, ਨਿੰਦਿਆ ਚੁਗਲੀ ਝੂਠ ਖਤਮ ਕਰ ਦਿੰਦਾ ਹੈ, ਆਸਾ ਤ੍ਰਿਸ਼ਨਾ ਬਖੀਲੀ ਖਤਮ ਕਰ ਦਿੰਦਾ ਹੈ, ਨਫ਼ਰਤ ਈਰਖਾ, ਇਹ ਸਾਰਾ ਕੁਝ ਖਤਮ ਕਰ ਦਿੰਦਾ ਹੈ, ਘਿਰਣਾ ਨੂੰ ਖਤਮ ਕਰ ਦਿੰਦਾ ਹੈ। ਆਪਣੇ ਜਿਉਂਦੇ ਜੀ ਜਦੋਂ ਵਿਕਾਰਾਂ ਨੂੰ ਛੱਡ ਦਿੰਦਾ ਹੈ, ਤੇ ਉਦੋਂ ਕੀ ਹੁੰਦਾ ਹੈ? ਜੋਬਨ ਜਾਰ ਜੁਗਤ ਸੋ ਪਾਵੇ। ਜੋਬਨ ਜਾਰ, ਜੋਬਨ ਮੈਨੇ ਜਵਾਨੀ, ਜਾਰ ਮੈਨੇ ਸਾੜ ਕੇ। ਹੁਣ ਜਵਾਨੀ ਸਾੜਨ ਦਾ ਮਤਲਬ ਇਹ ਨਹੀਂ ਕਿ ਜਵਾਨੀ ਨੂੰ ਖਤਮ ਕਰ ਦੇਣਾ ਹੈ, ਕਿ ਫਾਂਸੀ ਲੈ ਲੈਣੀ ਹੈ, ਆਤਮ ਹੱਤਿਆ ਕਰ ਲੈਣੀ ਹੈ।
ਇੱਥੇ ਜਵਾਨੀ ਸਾੜਨ ਦਾ ਅਰਥ ਇਹ ਨਹੀਂ ਹੈ ਜੋਬਨ ਜ਼ਾਰ ਮੈਨੇ ਜਵਾਨੀ ਦਾ ਹੰਕਾਰ ਸਾੜ ਕੇ ਕਿ ਹੈ ਕੋਈ ਮੇਰੇ ਵਰਗਾ ਤਾਕਤਵਰ, ਹੈ ਕੋਈ ਮੇਰੇ ਵਰਗਾ ਸੁੰਦਰ, ਹੈ ਕੋਈ ਮੇਰੇ ਵਰਗਾ ਸਮਰੱਥ। ਜੋਬਨ ਜ਼ਾਰ ਭਾਵ ਆਪਣੇ ਜੀਵਨ ਦੇ, ਆਪਣੀ ਜਵਾਨੀ ਦੇ ਹੰਕਾਰ ਨੂੰ ਸਾੜ ਕੇ ਜੁਗਤ ਜ਼ਿੰਦਗੀ ਜਿਉਣ ਦੀ ਜੁਗਤੀ ਸੋ ਪਾਵੇ ਮੈਨੇ ਉਹ ਪਾ ਲੈਂਦਾ ਹੈ। ਜਦੋਂ ਜਵਾਨੀ ਦਾ ਹੰਕਾਰ ਮੁੱਕ ਜਾਂਦਾ, ਇਹਨੂੰ ਜੀਵਨ ਦੀ ਸਮਝ ਲੱਗ ਜਾਂਦੀ, ਜ਼ਿੰਦਗੀ ਹੈ ਕੀ। ਨਹੀਂ ਤੇ ਮਨੁੱਖ ਹੰਕਾਰ ਵਿੱਚ ਭਰਿਆ ਜ਼ਿੰਦਗੀ ਬਤੀਤ ਕਰ ਜਾਂਦਾ ਹੈ, ਪਤਾ ਹੀ ਨਹੀਂ ਚੱਲਦਾ। ਜੋਬਨ ਦੇ ਹੰਕਾਰ ਦੇ ਵਿੱਚ ਜ਼ਿੰਦਗੀ ਜਿਉ ਨਹੀਂ ਪਾਉਂਦਾ, ਜ਼ਿੰਦਗੀ ਦਾ ਆਨੰਦ ਨਹੀਂ ਲੈ ਪਾਉਂਦਾ। ਧਨ ਦੇ ਹੰਕਾਰ ਵਿੱਚ, ਜਵਾਨੀ ਦੇ ਹੰਕਾਰ ਵਿੱਚ ਤੇ ਪਦਵੀ ਦੇ ਹੰਕਾਰ ਦੇ ਵਿੱਚ ਇਹ ਰੱਬੀ ਗੁਣਾਂ ਤੋਂ ਵਾਂਝਾ ਹੋ ਜਾਂਦਾ ਹੈ। ਭਗਤ ਫਰੀਦ ਜੀ ਦੇ ਵਚਨ ਨੇ। ਮਾਨੋ ਕਿਤੇ ਮੀਂਹ ਪਵੇ ਨਾ, ਤੇ ਜਦੋਂ ਮੀਂਹ ਪੈਂਦਾ ਹੈ ਮੈਦਾਨੀ ਇਲਾਕਿਆਂ 'ਚ ਤੇ ਕਦੀ ਕਦੀ ਵਰਖਾ ਆਉਂਦੀ ਹੈ, ਪਹਾੜੀ ਇਲਾਕਿਆਂ 'ਚ 24 ਘੰਟੇ ਮੀਂਹ ਪਈ ਜਾਂਦਾ ਹੈ। ਤੇ ਪਹਾੜ ਉੱਪਰ 4-5 ਦਿਨ ਲਗਾਤਾਰ ਮੀਂਹ ਪੈਂਦਾ ਰਵੇ ਤੇ ਮੀਂਹ ਰੁਕ ਜਾਏ ਤੇ ਪਹਾੜ ਦੀ ਚੋਟੀ ਤੇ ਜਾ ਕੇ ਦੇਖੋ, ਕਈ ਵਾਰੀ 4 ਬੂੰਦਾਂ ਪਾਣੀ ਦੀਆਂ ਨਹੀਂ ਮਿਲਦੀਆਂ। ਮੀਂਹ ਤੇ ਬੜਾ ਪਿਆ ਸੀ, ਪਰ ਕਿੱਧਰ ਗਿਆ ਪਾਣੀ? ਪਾਣੀ ਹੰਕਾਰ ਦੀ ਟੀਸੀ, ਪਹਾੜ ਦੀ ਟੀਸੀ ਤੇ ਟਿਕਿਆ ਨਹੀਂ, ਨਿਵਾਣ ਵੱਲ ਨੂੰ ਆ ਗਿਆ। ਮੈਦਾਨੀ ਇਲਾਕਿਆਂ 'ਚ ਕਦੀ ਕਦੀ ਮੀਂਹ ਪੈਂਦਾ, ਪਰ ਡੂੰਘੇ ਟੋਏ, ਤਲਾਬ, ਸਰੋਵਰ ਉਹ ਪਾਣੀ ਨਾਲ ਲਬਾਲਬ ਭਰ ਜਾਂਦੇ ਨੇ। ਜਿਹਦੇ ਅੰਦਰ ਹੰਕਾਰ ਦਾ ਟਿੱਬਾ ਹੈ ਨਾ ਕਿ ਮੇਰੇ ਵਰਗਾ ਕੋਈ ਸੋਹਣਾ ਨਹੀਂ, ਜਦੋਂ ਕੋਈ ਕਹਿੰਦਾ ਨਾ ਮੇਰੇ ਵਰਗਾ ਕੋਈ ਸੁੰਦਰ ਨਹੀਂ, ਤੇ ਬਾਬਾ ਫਰੀਦ ਜੀ ਆਖਦੇ ਨੇ ਆਪਣੇ ਅੰਦਰ ਹੰਕਾਰ ਦਾ ਟਿੱਬਾ ਹੀ ਤਿਆਰ ਕਰ ਰਹੇ ਹਨ। ਜਦੋਂ ਤੂੰ ਕਹਿੰਦਾ ਮੇਰੇ ਵਰਗਾ ਕੋਈ ਅਮੀਰ ਨਹੀਂ, ਇਹ ਵੀ ਤੇ ਹੰਕਾਰ ਦੇ ਪੱਥਰ ਹੀ ਇਕੱਠੇ ਕਰ ਰਹੇ ਹਨ। ਜਦੋਂ ਤੂੰ ਇਹ ਕਹਿੰਦਾ ਕਿ ਮੇਰੇ ਜਿੰਨੀ ਵਡਿਆਈ ਕਿਸੇ ਦੀ ਨਹੀਂ, ਇਹ ਵੀ ਤੇ ਹੰਕਾਰ ਦੀ ਪਹਾੜੀ ਤਿਆਰ ਕਰ ਰਹੇ ਆ, ਹੰਕਾਰ ਦਾ ਟਿੱਬਾ ਹੀ ਤਿਆਰ ਕਰ ਰਹੇ ਆ ਆਪਣੇ ਅੰਦਰ। ਫਰੀਦਾ ਗਰਵ ਜਿਨ੍ਹਾਂ ਵਡਿਆਈਆਂ, ਜਿਨ੍ਹਾਂ ਨੂੰ ਆਪਣੀਆਂ ਵਡਿਆਈਆਂ ਦਾ ਗਰਵ ਹੈ, ਹੰਕਾਰ ਹੈ, ਮੇਰੇ ਜਿੰਨੀ ਕਿਸੇ ਦੀ ਵਡਿਆਈ ਨਹੀਂ, ਮੇਰੇ ਜਿੰਨੀ ਕਿਸੇ ਦੀ ਸਿਫਤ ਸਲਾਹ ਨਹੀਂ, ਮੇਰੇ ਜਿੰਨੀ ਕਿਸੇ ਦੀ ਮਾਨਤਾ ਨਹੀਂ, ਪ੍ਰਭਾਵ ਨਹੀਂ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਅਗਾ ਖਾਲੀ ਚੱਲੇ ਧਣੀ ਸਿਉ। ਧਨ ਮੈਨੇ ਧਨ ਦਾ ਹੰਕਾਰ, ਜੋਬਨ ਮੈਨੇ ਜਵਾਨੀ ਦਾ ਹੰਕਾਰ। ਜਿੱਥੇ ਜੋਬਨ ਦਾ, ਤਾਂ ਹੀ ਭਗਤ ਜੀ ਨੇ ਕਿਹਾ ਜੋਬਨ ਜ਼ਾਰ ਜੁਗਤ ਸੋ ਪਾਵੇ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਅਗਾ ਖਾਲੀ ਚੱਲੇ ਧਣੀ ਸਿਉ। ਟਿੱਬੇ ਜਿਉ ਮੀਆਂ, ਜਿਵੇਂ ਟਿੱਬੇ ਤੇ ਮੀਂਹ ਪੈਂਦਾ ਹੈ, ਖਾਲੀ ਇਸ ਤਰ੍ਹਾਂ ਤੁਰ ਜਾਂਦੇ ਨੇ, ਖਾਲੀ ਚੱਲੇ ਧਣੀ ਸਿਉ। ਟਿੱਬੇ ਜਿਉ ਮੀਹਾਂ, ਭਾਵ ਜਿਵੇਂ ਟਿੱਬੇ ਉੱਪਰ ਮੀਂਹ ਪੈਂਦਾ ਰਵੇ, 4 ਬੂੰਦਾਂ ਪਾਣੀ ਦੀਆਂ ਨਹੀਂ ਟਿਕਦੀਆਂ। ਹੰਕਾਰ ਦੀ ਟੀਸੀ ਦੇ ਉੱਪਰ ਵੀ ਰੱਬੀ ਗੁਣਾਂ ਦੀ ਬਰਸਾਤ ਟਿਕਦੀ ਨਹੀਂ ਹੈ। ਇਸ ਕਰਕੇ ਕੀ ਕਰਨਾ ਪਏਗਾ? ਜੋਬਨ ਜ਼ਾਰ, ਆਪਣੀ ਜਵਾਨੀ ਦਾ ਹੰਕਾਰ ਛੱਡਣਾ ਪੈਣਾ ਹੈ। ਹੰਕਾਰ ਭਾਵੇਂ ਕੋਈ ਵੀ ਹੋਵੇ, ਧਨ ਦਾ ਹੰਕਾਰ ਛੱਡਣਾ ਪੈਣਾ ਹੈ। ਜਿਹੜੇ ਦੂਜਿਆਂ ਨੂੰ ਨੀਵਾਂ ਦਿਖਾਉਂਦੇ ਨੇ ਕਿ ਤੁਸੀਂ ਗਰੀਬ, ਮੈਂ ਬੜਾ ਅਮੀਰ, ਜਿਹੜੇ ਆਪਣੀ ਸੁੰਦਰਤਾ ਦਾ ਹੰਕਾਰ ਦਿਖਾਉਂਦੇ ਨੇ, ਮੇਰੇ ਵਰਗਾ ਸੁੰਦਰ ਕੌਣ, ਫਲਾਣਾ ਤੇ ਇੰਨਾ ਬਦਸੂਰਤ ਹੈ, ਕਈ ਗੁਣਾਂ ਦਾ ਹੰਕਾਰ ਕਰੀ ਜਾਂਦੇ ਨੇ, ਮੇਰੇ ਵਰਗਾ ਗਿਆਨ ਕਿੱਥੇ, ਇਹ ਤੇ ਬੜਾ ਅਗਿਆਨੀ ਹੈ। ਕਈ ਵਾਰੀ ਮਨੁੱਖ ਨੂੰ ਆਪਣੇ ਗਿਆਨ ਦਾ ਹੰਕਾਰ ਹੋ ਜਾਂਦਾ ਹੈ, ਪਰ ਉਹਨੂੰ ਆਪਣੇ ਹੰਕਾਰ ਦਾ ਗਿਆਨ ਨਹੀਂ ਹੁੰਦਾ, ਇਸ ਕਰਕੇ ਡੁੱਬ ਜਾਂਦਾ ਹੈ। ਕਈ ਵਾਰੀ ਮਨੁੱਖ ਨੂੰ ਆਪਣੇ ਗਿਆਨ ਦਾ ਹੰਕਾਰ ਹੋ ਜਾਂਦਾ ਹੈ, ਪਰ ਉਹਨੂੰ ਆਪਣੇ ਹੰਕਾਰ ਦਾ ਗਿਆਨ ਨਹੀਂ ਹੁੰਦਾ, ਉੱਥੇ ਵਿਚਾਰਾ ਮਾਰਿਆ ਜਾਂਦਾ ਹੈ। ਗਿਆਨ ਦਾ ਹੰਕਾਰ, ਗੁਣਾਂ ਦਾ ਹੰਕਾਰ, ਖੂਬਸੂਰਤੀ ਦਾ, ਕੁਰਸੀ ਦਾ ਅਹੰਕਾਰ, ਜਵਾਨੀ ਦਾ ਅਹੰਕਾਰ, ਕਿਸੇ ਨੂੰ ਕਿਸੇ ਚੀਜ਼ ਦਾ ਅਹੰਕਾਰ, ਸੁੰਦਰਤਾ ਦਾ ਮਾਣ, ਦੂਜੇ ਨੂੰ ਟਿਚਰਾਂ ਕਰੀ ਜਾਣੀਆਂ, ਮਜ਼ਾਕ ਕਰੀ ਜਾਣਾ। ਜਿਹੜਾ ਮਨੁੱਖ ਜਵਾਨੀ ਦੇ ਹੰਕਾਰ ਨੂੰ ਸਾੜ ਲੈਂਦਾ ਹੈ, ਸਧਾਰਨ ਹੋ ਜਾਂਦਾ ਹੈ, ਆਮ ਹੋ ਜਾਂਦਾ ਹੈ। ਜੋਬਨ ਜ਼ਾਰ ਜੁਗਤ ਸੋ ਪਾਵੇ, ਉਹ ਜ਼ਿੰਦਗੀ ਦੀ ਸਹੀ ਜੁਗਤ ਸਿੱਖ ਲੈਂਦਾ ਹੈ। ਹੁਣ ਜ਼ਿੰਦਗੀ ਜਿਉਣ ਦੀ ਜਾਚ ਆ ਜਾਂਦੀ ਹੈ। ਜੁਗਤ ਇਸੇ ਦੇ ਵਿੱਚ ਹੀ ਹੈ ਕਿ ਜਗਤ ਦੇ ਵਿੱਚ ਰਹਿੰਦਿਆਂ ਹੋਇਆਂ ਵਿਕਾਰਾਂ ਨੂੰ ਛੱਡ ਕੇ ਸ਼ੁਭ ਗੁਣਾਂ ਨਾਲ ਸਾਂਝ ਬਣ ਜਾਏ। ਵਿਕਾਰ ਨੂੰ ਛੱਡ ਕੇ, ਹੰਕਾਰ ਨੂੰ ਛੱਡ ਕੇ ਸਵੈ-ਮਾਣ ਪੈਦਾ ਹੋ ਜਾਏ। ਕ੍ਰੋਧ ਨੂੰ ਛੱਡ ਕੇ ਮਿਠਾਸ ਜ਼ਿੰਦਗੀ 'ਚ ਆ ਜਾਏ। ਲੋਭ ਨੂੰ ਛੱਡ ਕੇ ਸੰਤੋਖ ਆ ਜਾਏ। ਕ੍ਰੋਧ ਨੂੰ ਛੱਡ ਕੇ ਵੀਰ ਰਸ ਆ ਜਾਏ। ਝੂਠ ਨੂੰ ਛੱਡ ਕੇ ਜੀਵਨ ਸੱਚ ਦਾ ਧਾਰਨੀ ਹੋ ਜਾਏ।
ਮੋਹ ਨੂੰ ਛੱਡ ਕੇ ਪ੍ਰੇਮ ਦੇ ਨਾਲ ਭਰ ਜਾਏ। ਇਹ ਹੈ ਜ਼ਿੰਦਗੀ ਜਿਉਣ ਦੀ ਜੁਗਤ ਕਿ ਵੈਰ ਵਿਰੋਧ ਦੁਸ਼ਮਣੀਆਂ ਨੂੰ ਛੱਡ ਕੇ ਮਿੱਤਰਤਾ ਨਾਲ ਸਾਂਝ ਪਾ ਲਵੇ। ਇਹ ਸਚਿਆਰ ਹੋਣ ਦਾ ਢੰਗ ਹੈ। ਜ਼ਿੰਦਗੀ 'ਚ ਕਿਵੇਂ ਉਸ ਪ੍ਰਭੂ ਨੂੰ ਪ੍ਰਾਪਤ ਕਰਨਾ ਹੈ। ਜੋਬਨ ਜ਼ਾਰ ਜਿਹੜਾ ਜਵਾਨੀ ਦੇ ਹੰਕਾਰ ਨੂੰ ਸਾੜ ਦਿੰਦਾ ਹੈ, ਜੁਗਤ ਸੋ ਪਾਵੇ। ਅਸਲੀ ਜ਼ਿੰਦਗੀ ਜਿਉਣ ਦੀ ਜੁਗਤੀ ਉਹ ਸਮਝ ਲੈਂਦਾ ਹੈ। ਉਹ ਫਿਰ ਕਿਸੇ ਨੂੰ ਨੀਵਾਂ ਨਹੀਂ ਦਿਖਾਉਂਦਾ, ਉਹ ਕਿਸੇ ਨੂੰ ਮਾੜਾ ਨਹੀਂ ਆਖਦਾ, ਉਹ ਕਿਸੇ ਨਾਲ ਮਜ਼ਾਕ ਨਹੀਂ ਕਰਦਾ, ਕਿਸੇ ਨੂੰ ਤਾਨੇ ਨਹੀਂ ਦਿੰਦਾ। ਉਹ ਝੂਠ ਨੂੰ ਛੱਡ ਕੇ, ਪਾਪ ਨੂੰ ਛੱਡ ਕੇ ਸਹੀ ਅਰਥਾਂ ਵਿੱਚ ਰੱਬੀ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਜ਼ਿੰਦਗੀ ਜਿਉਣ ਦੀ ਜੁਗਤ ਹੀ ਇਹ ਹੈ। ਜੋਬਨ ਜ਼ਾਰ ਜੁਗਤ ਸੋ ਪਾਵੇ। ਆਪਣੇ ਹੰਕਾਰ ਨੂੰ ਛੱਡ ਕੇ, ਜਵਾਨੀ ਦੇ ਹੰਕਾਰ ਨੂੰ ਛੱਡ ਕੇ ਉਹ ਜ਼ਿੰਦਗੀ ਦੀ ਸਹੀ ਜਿਉਣ ਦੀ ਜੁਗਤੀ ਢੰਗ ਨੂੰ ਸਿੱਖ ਲੈਂਦਾ ਹੈ। ਕਿਵੇਂ? ਅਸ ਜਰ ਪਰ ਜਰ ਜਰ ਜਬ ਰਹੇ। ਅਸ ਦਾ ਮਤਲਬ ਆਪਣਾ, ਸਾਡਾ। ਜਰ ਦਾ ਮਤਲਬ ਧਨ, ਪਰ ਦਾ ਮਤਲਬ ਪਰਾਇਆ, ਜਰ ਦਾ ਫਿਰ ਮਤਲਬ ਧਨ। ਅਸ ਜਰ ਮੈਨੇ ਸਾਡਾ ਧਨ, ਸਾਡੀ ਦੌਲਤ, ਸਾਡੀ ਸੰਪਦਾ। ਪਰ ਜਰ ਮੈਨੇ ਪਰਾਏ ਦਾ ਧਨ, ਦੂਜਿਆਂ ਦਾ ਧਨ, ਦੂਜਿਆਂ ਦੀ ਸੰਪਦਾ। ਮੇਰੀਆਂ ਚੀਜ਼ਾਂ ਤੇ ਦੂਜੇ ਦੀਆਂ ਚੀਜ਼ਾਂ, ਮੇਰੀ ਪ੍ਰਾਪਰਟੀ ਤੇ ਦੂਸਰੇ ਦੀ ਪ੍ਰਾਪਰਟੀ, ਮੇਰੀ ਕੋਠੀ ਤੇ ਦੂਜੇ ਦੀ ਕੋਠੀ, ਮੇਰੀ ਕਾਰ ਤੇ ਦੂਜੀ ਦੀ ਕਾਰ। ਅਸ ਜਰ ਪਰ ਜਰ ਜਰ ਜਬ ਰਹੇ। ਹੁਣ ਇੱਥੇ ਜਰ ਦਾ ਅਰਥ ਹੈ ਸਾੜਨਾ। ਜਦੋਂ ਸਾੜ ਦਵੇ, ਜਰ ਜਬ ਰਹੇ, ਜਦੋਂ ਸਾੜ ਦਵੇ। ਕਿਹਨੂੰ ਸਾੜ ਦਵੇ? ਅਸ ਜਰ ਪਰ ਜਰ, ਇਹਨਾਂ ਦੋਨਾਂ ਨੂੰ ਸਾੜ ਦਵੇ। ਇਹਦਾ ਮਤਲਬ ਇਹ ਨਹੀਂ ਕਿ ਆਪਣੀ ਕੋਠੀ ਨੂੰ ਅੱਗ ਲਾ ਕੇ ਸਾੜ ਦੇਵੇ, ਕਿ ਭਗਤ ਜੀ ਕਹਿੰਦੇ ਸੀਗੇ ਕਿ ਜਰ ਜਬ ਰਹੇ, ਜਦੋਂ ਸਾੜ ਜਾਣਗੇ। ਇਹਦਾ ਮਤਲਬ ਇਹ ਨਹੀਂ ਹੈ ਕਿ ਪਰ ਜਰ, ਕਿ ਦੂਜੇ ਦੀ ਕੋਠੀ ਨੂੰ ਅੱਗ ਲਾ ਕੇ ਆ ਜਾਏ, ਦੂਜੇ ਦੀ ਕਾਰ ਨੂੰ ਅੱਗ ਲਾ ਕੇ ਆ ਜਾਏ। ਕਿ ਭਗਤ ਜੀ ਕਹਿੰਦੇ ਸੀ ਪਰ ਜਰ ਜਬ ਰਹੇ। ਹੁਣ ਇਹਦਾ ਅਰਥ ਬਾਹਰੀ ਸਾੜਨਾ ਨਹੀਂ ਹੈ। ਅਸ ਜਰ ਭਾਵ ਮੇਰਾ ਧਨ, ਮੇਰੀ ਪ੍ਰਾਪਰਟੀ, ਇਸ ਹੰਕਾਰ ਨੂੰ ਸਾੜ ਦੇਵੇ। ਪਰ ਜਰ ਦੂਜੇ ਦੀ ਪ੍ਰਾਪਰਟੀ, ਉਹਦੇ ਮੋਹ ਨੂੰ ਸਾੜ ਦੇਵੇ, ਉਹਦੇ ਹੰਕਾਰ, ਉਹਦੇ ਮੋਹ ਨੂੰ ਸਾੜ ਦੇਵੇ, ਉਹਦੇ ਲੋਭ ਨੂੰ ਸਾੜ ਦੇਵੇ। ਆਪਣੇ ਧਨ ਦੇ ਮੋਹ ਨੂੰ ਤੇ ਹੰਕਾਰ ਨੂੰ ਸਾੜ ਦੇਵੇ, ਦੂਜੇ ਦੇ ਧਨ ਦੇ ਲੋਭ ਨੂੰ ਸਾੜ ਦੇਵੇ। ਅਸ ਜਰ ਮੇਰੇ ਵਰਗਾ ਧਨ ਕਿਸੇ ਕੋਲ ਨਹੀਂ, ਆ ਜਿਹੜਾ ਹੰਕਾਰ ਹੈ ਇਹਨੂੰ ਸਾੜ ਦੇਵੇ। ਪਰ ਜਰ ਦੂਜੇ ਕੋਲ ਇਹ ਨਾ ਆ ਗਿਆ, ਉਹਦੇ ਪ੍ਰਤੀ ਨਫ਼ਰਤ, ਉਹਦੇ ਪ੍ਰਤੀ ਈਰਖਾ, ਉਹਦੇ ਪ੍ਰਤੀ ਲੋਭ, ਉਹ ਚੀਜ਼ ਮੈਨੂੰ ਮਿਲ ਜਾਏ ਉਹਦੀ, ਉਹ ਸੜ ਜਾਏ। ਅਸ ਜਰ ਪਰ ਜਰ ਜਰ ਜਬ ਰਹੇ। ਸਭ ਤੋਂ ਪਹਿਲਾਂ ਅਸ ਜਰ, ਮੇਰੇ ਜਿੱਦਾਂ ਧਨ ਕਿਸੇ ਦਾ ਨਹੀਂ, ਇਹ ਹੰਕਾਰ ਹੈ। ਤੇ ਦੂਜੇ ਦਾ ਨਿਰਾਦਰ ਕਰਨਾ, ਆਪਣਾ ਮਾਣ ਨਾਲ ਆਪਣੇ ਆਪ ਚ ਭਰ ਜਾਣਾ, ਮੇਰੇ ਵਰਗਾ ਅਮੀਰ ਕੌਣ, ਤੇ ਦੂਜੇ ਨੂੰ ਅਪਮਾਨ ਦੇਣਾ, ਦੂਜੇ ਦੀ ਬੇਇੱਜ਼ਤੀ ਕਰਨੀ ਕਿ ਤੇ ਤੂੰ ਤੇ ਗਰੀਬ ਹੈ, ਤੇਰੇ ਪੱਲੇ ਤੇ ਕੁਝ ਵੀ ਨਹੀਂ ਹੈ। ਤਾਂ ਹੀ ਭਗਤ ਕਬੀਰ ਜੀ ਨੇ ਆਪਣੇ ਸ਼ਲੋਕਾਂ ਚ ਬਚਨ ਗਿਆ, ਕਹਿੰਦਾ ਕਿ ਹੰਕਾਰ ਨਾ ਕਰੀ, ਘੱਟੋ ਘੱਟ ਗਰੀਬ ਦੇ ਉੱਪਰ ਹੱਸੀ ਨਾ, ਕਿਉਂਕਿ ਤੂੰ ਵੀ ਜੇ ਜਿਉਂਦਾ ਸੰਸਾਰ ਵਿੱਚ, ਉਹ ਵੀ ਜਿਉਂਦਾ ਸੰਸਾਰ ਵਿੱਚ। ਤੇਰੀ ਵੀ ਜ਼ਿੰਦਗੀ ਦੀ ਕਿਸ਼ਤੀ ਚੱਲ ਰਹੀ ਹੈ, ਉਹਦੀ ਵੀ ਜ਼ਿੰਦਗੀ ਦੀ ਕਿਸ਼ਤੀ ਚੱਲ ਰਹੀ ਹੈ। ਤੇ ਹੱਸੀ ਨਾ, ਉਹ ਬੜਾ ਪਿੱਛੇ ਰਹਿ ਗਿਆ ਮੇਰੀ ਜ਼ਿੰਦਗੀ ਦੇ ਵਿੱਚ, ਇਸ ਜ਼ਿੰਦਗੀ 'ਚ ਮੇਰੇ ਤੋਂ ਕਿਤੇ ਪਿੱਛੇ ਰਹਿ ਗਿਆ, ਮੈਂ ਕਿਤੇ ਅੱਗੇ ਨਿਕਲ ਆਇਆ। ਕਿਸ਼ਤੀ ਦਾ ਕੋਈ ਪਤਾ ਹੁੰਦਾ ਹੈ? ਤੇਰੀ ਕਿਸ਼ਤੀ ਕਿਨਾਰੇ ਲੱਗਣ ਵਾਲੀ ਹੋਵੇ ਤੇ ਡੁੱਬ ਜਾਏ, ਤੇ ਉਹ ਪਿੱਛੋਂ ਆ ਕੇ ਕਿਨਾਰੇ ਤੇ ਪਹੁੰਚ ਜਾਏ। ਤੂੰ ਡੁੱਬ ਜਾਏ, ਜਿਹਨੂੰ ਤੂੰ ਗਰੀਬ ਦੇ ਉੱਪਰ ਹੱਸਦਾ ਹੈ, ਉਹ ਤੇਰੇ ਤੋਂ ਕਿਤੇ ਅੱਗੇ ਨਿਕਲ ਜਾਏ, ਅਮੀਰ ਹੋ ਜਾਏ। ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸੀਏ ਕੋਏ। ਐ ਕਬੀਰ ਕਹਿ, ਇਸ ਜੀਵ ਨੂੰ ਕਦੀ ਹੰਕਾਰ ਨਾ ਕਰੀ, ਕਦੀ ਗਰੀਬ ਤੇ ਹੱਸੀ ਨਾ ਕਿਸੇ ਤੇ। ਜਿਸ ਗਰੀਬ ਤੇ ਹੱਸ ਰਿਹਾ, ਕੀ ਪਤਾ ਤੂੰ ਕੱਲ ਗਰੀਬ ਹੋ ਜਾਏ, ਉਹ ਤੇਰੇ ਤੋਂ ਅੱਗੇ ਅਮੀਰ ਹੋ ਜਾਏ। ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸੀਏ ਕੋਏ, ਅਜੋ ਸੋ ਨਾਉ ਸਮੁੰਦਰ ਮੈਂ। ਕਿਆ ਜਾਣੋ ਕਿਆ ਹੋਏ, ਅਜੇ ਤੇ ਜ਼ਿੰਦਗੀ ਦਾ ਬੇੜਾ ਸਮੁੰਦਰ ਦੇ ਵਿੱਚ ਹੀ ਹੈ, ਪਤਾ ਨਹੀਂ ਕਦੋਂ ਕੀ ਹੋ ਜਾਣਾ ਹੈ। ਅਜੋ ਸੋ ਨਾਉ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ। ਦੇਖ, ਕਿਸੇ ਦੀ ਕਿਸ਼ਤੀ ਪਿੱਛੇ ਰਹਿ ਗਈ, ਹੰਕਾਰ ਨਾ ਕਰੀ, ਕੀ ਪਤਾ ਤੇਰੀ ਡੁੱਬ ਜਾਏ ਤੇ ਦੂਜੇ ਦੀ ਅੱਗੇ ਨਿਕਲ ਜਾਏ। ਪਤਾ ਨਹੀਂ ਤੂੰ ਕਦੋਂ ਗਰੀਬ ਹੋ ਜਾਏ, ਤੇ ਜਿਹਨੂੰ ਤੂੰ ਜਿਹਦਾ ਨਿਰਾਦਰ ਕਰਦੇ ਆ, ਤੇਰੇ ਤੋਂ ਕਿਤੇ ਅਮੀਰ ਹੋ ਜਾਏ। ਇਹ ਨਹੀਂ ਵੀ ਧਨ ਨਹੀਂ ਕਮਾਣਾ, ਪੈਸੇ ਨਹੀਂ ਜੋੜਨੇ, ਧਨ ਕਮਾਉਣ ਤੋਂ ਨਹੀਂ ਰੋਕਿਆ,
ਮਾਣ ਤੋਂ ਰੋਕਿਆ, ਹੰਕਾਰ ਤੋਂ ਰੋਕਿਆ। ਆ ਜਿਹੜਾ ਅਸ ਜਾ ਰਿਹਾ ਨਾ ਮੇਰਾ ਤਨ, ਜੇ ਇਹਨੂੰ ਸਾੜ ਦੇਵੇ, ਇਸ ਹੰਕਾਰ ਨੂੰ ਸਾੜ ਦੇਵੇ। ਕਿਸੇ ਗਰੀਬ ਨੂੰ ਦੇਖ ਕੇ ਖੁਸ਼ ਨਾ ਹੋ, ਆਪਣੇ ਤਨ ਦਾ ਹੰਕਾਰ ਨਾ ਕਰ, ਕੀ ਪਤਾ ਤੂੰ ਕਦੋਂ ਗਰੀਬ ਹੋ ਜਾਏ। ਧਨ ਕਮਾਣਾ ਹਰ ਇਨਸਾਨ ਦਾ ਹੱਕ ਹੈ, ਫਰਜ਼ ਹੈ। ਸੱਚੀ ਸੁੱਚੀ ਕਿਰਤ ਕਰਕੇ ਪੈਸੇ ਕਮਾਣਾ, ਅਮੀਰ ਹੋਣਾ, ਚੰਗੇ ਕੱਪੜੇ ਪਾਣੇ, ਚੰਗੇ ਘਰਾਂ 'ਚ ਰਹਿਣਾ ਹਰ ਮਨੁੱਖ ਦਾ ਹੱਕ ਬਣਦਾ ਔਰ ਫਰਜ਼ ਹੈ ਉਹਦਾ। ਪਰ ਹੰਕਾਰ ਕਰਕੇ ਕਿਸੇ ਨੂੰ ਨੀਵਾਂ ਦਿਖਾਣਾ ਇਹ ਗਲਤ ਹੈ। ਪਰ ਜਬ ਰਹੇ, ਪਰ ਜਰ ਜਬ ਰਹੇ, ਦੂਜੇ ਦੇ ਪੈਸੇ ਨੂੰ ਦੇਖ ਕੇ ਸੜੀ ਜਾਣਾ, ਰਾਸ ਕਰਨੀ ਮੇਰੇ ਕੋਲ ਆ ਜਾਏ, ਲਾਲਚ ਕਰਨਾ, ਦੂਜੇ ਦੇ ਧਨ ਨੂੰ, ਪ੍ਰਾਪਰਟੀ ਨੂੰ ਦੇਖ ਕੇ ਈਰਖਾ ਕਰਨੀ, ਨਫ਼ਰਤ ਕਰਨੀ, ਅੰਦਰੋਂ ਅੰਦਰੀ ਸੜੀ ਜਾਣਾ, ਇਸ ਈਰਖਾ ਨਫ਼ਰਤ ਨੂੰ ਸਾੜ ਦੇ। ਦੂਜੇ ਦੇ ਧਨ ਦੌਲਤ ਪ੍ਰਾਪਰਟੀ ਨੂੰ ਦੇਖ ਕੇ ਲੋਭ ਕਰੀ ਜਾਣਾ, ਇਹ ਮੇਰੇ ਕੋਲ ਆ ਜਾਏ, ਮੈਂ ਇਹਦੀ ਜ਼ਮੀਨ ਤੇ ਕਬਜ਼ਾ ਕਰ ਲਵਾਂ, ਇਹਦੀ ਪ੍ਰਾਪਰਟੀ ਤੇ ਕਬਜ਼ਾ ਕਰ ਲਵਾਂ, ਇਹਦੀ ਕੋਠੀ ਤੇ ਕਬਜ਼ਾ ਕਰ ਲਵਾਂ, ਲਾਲਚ ਕਰਨਾ, ਇਹਨੂੰ ਵੀ ਸਾੜ ਦੇ। ਦੋਨਾਂ ਬਿਰਤੀਆਂ ਨੂੰ ਖਤਮ ਕਰ ਦੇ। ਆਪਣੇ ਤੇ ਪਰਾਏ ਦੇ ਵਿਤਕਰੇ ਮਿਟਾ ਦੇ। ਸਿੱਧੀ ਜੀ ਗੱਲ, ਇਹ ਮੇਰਾ ਤਨ, ਇਹ ਫਲਾਣੇ ਦਾ ਤਨ, ਇਹ ਵਿਤਕਰੇ ਨੂੰ ਖਤਮ ਕਰ ਦੇ ਕਿ ਮੇਰਾ ਤਨ ਆਪਣੇ ਹੰਕਾਰ ਨੂੰ ਦੂਰ ਕਰ, ਉਹਦਾ ਤਨ ਕਿਸੇ ਦੇ ਕੇ ਖੋਲਵਾ, ਉਸ ਲਾਲਚ ਨੂੰ ਦੂਰ ਕਰ। ਅਸ ਜਰ ਪਰ ਜਰ ਜਬ ਰਹੇ, ਆਪਣੇ ਤਨ ਦਾ ਹੰਕਾਰ, ਦੂਜੇ ਦੇ ਤਨ ਦਾ ਲਾਲਚ, ਜਦੋਂ ਇਸ ਬਿਰਤੀ ਨੂੰ ਖਤਮ ਕਰ ਦੇ, ਜਦੋਂ ਇਸ ਸੋਚ ਨੂੰ ਖਤਮ ਕਰ ਦੇ, ਫਿਰ ਕੀ ਹੋਏਗਾ? ਤਬ ਜਾਏ ਜੋਤ ਉਜਾਰੋ ਲਹੈ। ਫਿਰ ਕੀ ਹੋਏਗਾ ਇਹਦੇ ਨਾਲ? ਜਦੋਂ ਆਪਣੇ ਤਨ ਦਾ ਹੰਕਾਰ ਸਾੜ ਦਿਆਂਗਾ, ਦੂਜੇ ਦੇ ਧਨ ਦੇ ਪ੍ਰਤੀ ਈਰਖਾ ਨੂੰ ਸਾੜ ਦਿਆਂਗਾ, ਦੂਜੇ ਦੇ ਧਨ ਦੇ ਪ੍ਰਤੀ ਲੋਭ ਨੂੰ ਸਾੜ ਦਿਆਂਗਾ, ਫਿਰ ਕੀ ਹੋਏਗਾ? ਅਸ ਜਰ ਪਰ ਜਰ ਜਬ ਰਹੇ, ਨਤੀਜਾ ਕੀ ਨਿਕਲੇਗਾ? ਤਬ ਜਾਏ ਜੋਤ ਉਜਾਰੋ ਲਹੈ। ਤਬ ਮੈਨੇ ਤਦੋਂ, ਫਿਰ ਕੀ ਰਿਜ਼ਲਟ ਨਿਕਲੇਗਾ? ਤਦੋਂ ਜਾਏ ਜੋਤ। ਇਹਦਾ ਮਤਲਬ ਇਹ ਨਹੀਂ ਹੈ ਕਿ ਜੋਤ ਚਲੀ ਜਾਏਗੀ, ਹਨੇਰਾ ਹੋ ਜਾਏਗਾ, ਨਹੀਂ। ਜਾਏ ਜੋਤ ਦਾ ਮਤਲਬ ਇਹ ਨਹੀਂ, ਜੋਤ ਵਿੱਚ ਜਾ ਕੇ, ਗਿਆਨ ਦੇ ਵਿੱਚ ਜਾ ਕੇ, ਉਜਿਆਰੋ ਲਹੈ। ਉਜਿਆਰੋ ਮੈਨੇ ਉਜਾਲਾ, ਪ੍ਰਕਾਸ਼, ਰੋਸ਼ਨੀ, ਚਾਨਣ ਨੂੰ ਲੱਭ ਲੈਂਦਾ ਹੈ, ਫਿਰ ਚਾਨਣ ਆ ਜਾਂਦਾ ਹੈ, ਫਿਰ ਗੁਰਬਾਣੀ ਇਸ ਜਗ ਵਿੱਚ ਚਾਨਣ ਆ ਜਾਂਦਾ ਹੈ। ਤਬ ਜਾਏ ਜੋਤ ਉਜਿਆਰੋ ਲਹੈ, ਤਦੋਂ ਉਸ ਜੋਤ ਵਿੱਚ ਜਾ ਕੇ, ਉਸ ਗਿਆਨ ਦੀ ਰੋਸ਼ਨੀ ਵਿੱਚ ਜਾ ਕੇ ਪ੍ਰਕਾਸ਼ ਲੱਭ ਲੈਂਦਾ ਹੈ। ਇਹ ਗਿਆਨ ਦੀ ਜੋਤ ਹੀ ਰੋਸ਼ਨੀ ਦੇਗੀ। ਬੁਝਿਆ ਦੀਵਾ ਰੋਸ਼ਨੀ ਨਹੀਂ ਦਿੰਦਾ, ਦੀਵਾ ਜਗਦਿਆ ਹੋਣਾ ਚਾਹੀਦਾ ਹੈ। ਤਬ ਜਾਏ ਜੋਤ, ਉਸ ਜੋਤ ਵਿੱਚ ਜਾ ਕੇ, ਉਸ ਗਿਆਨ ਦੀ ਅਵਸਥਾ ਵਿੱਚ ਜਾ ਕੇ, ਉਸ ਉੱਚੀ ਆਤਮਿਕ ਅਵਸਥਾ ਵਿੱਚ ਜਾ ਕੇ, ਉਹ ਉੱਚੀ ਆਤਮਿਕ ਅਵਸਥਾ ਜਿਹਦੇ ਵਿੱਚ ਹੰਕਾਰ ਨਹੀਂ ਰਿਹਾ, ਜਿਹਦੇ ਵਿੱਚ ਲਾਲਚ ਨਹੀਂ ਰਿਹਾ, ਉਹ ਉੱਚੀ ਅਵਸਥਾ ਜਿਹਦੇ ਵਿੱਚ ਆਪਣੇ ਤਨ ਦਾ ਹੰਕਾਰ ਨਹੀਂ, ਆਪਣੇ ਤਨ ਦਾ ਮੋਹ ਨਹੀਂ, ਜਿਹਦੇ ਵਿੱਚ ਦੂਜੇ ਦੇ ਤਨ ਦੇ ਪ੍ਰਤੀ ਈਰਖਾ ਨਹੀਂ, ਦੂਜੇ ਦੇ ਤਨ ਦੇ ਪ੍ਰਤੀ ਲਾਲਚ ਨਹੀਂ। ਅਸ ਜਰ ਪਰ ਜਰ ਜਬ ਰਹੇ, ਤਬ ਜਾਏ ਜੋਤ। ਇਸ ਗਿਆਨ ਦੀ ਅਵਸਥਾ ਵਿੱਚ ਆ ਕੇ ਉਜਿਆਰੋ ਲਹੈ, ਫਿਰ ਕੀ ਕਰਦਾ? ਵਿਵੇਕ ਬੁੱਧੀ ਹਾਸਲ ਕਰ ਲੈਂਦਾ ਹੈ, ਕਾਮਨ ਸੈਂਸ ਇਹਨੂੰ ਪਤਾ ਲੱਗ ਜਾਂਦੀ ਹੈ, ਜੀਵਨ ਦਾ ਪ੍ਰਕਾਸ਼ ਹਾਸਲ ਕਰ ਲੈਂਦਾ ਹੈ। ਗਿਆਨ ਚਾਨਣ ਕੀ ਹੈ ਇਸ ਗੱਲ ਦੀ ਨੂੰ ਸਮਝ ਲੱਗ ਜਾਂਦੀ ਹੈ। ਫਿਰ ਇਹ ਕੀ ਕਰਦਾ ਹੈ? ਇਹ ਉਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਹੜੀ ਅਵਸਥਾ ਰੱਬ ਵਾਲੀ ਹੈ। ਉਸ ਅਵਸਥਾ ਵਿੱਚ ਕਿਉਂਕਿ ਆਪਣੇ ਤਨ ਦਾ ਹੰਕਾਰ ਨਹੀਂ, ਛੱਡ ਦਿੰਦਾ ਹੈ। ਆਮ ਤੌਰ ਤੇ ਜਦੋਂ ਆਪਣੇ ਤਨ ਦਾ ਹੰਕਾਰ ਹੋਵੇ ਤੇ ਦੂਜੇ ਨੂੰ ਨੀਵਾਂ ਦਿਖਾਉਣ ਲਈ ਬੰਦਾ ਕੀ ਕੁਛ ਕਰਦਾ ਹੈ? ਫਿਰ ਉਹਦਾ ਮਿਸਯੂਜ਼ ਕਰਦਾ ਤਨ ਦਾ, ਫਿਰ ਮਾਇਆ ਦੇ ਕੇ ਕਿਸੇ ਨੂੰ ਵੀ ਮਾਰ ਪਵਾ ਦਿੰਦਾ ਹੈ, ਕਿਸੇ ਨੂੰ ਵੀ ਥਾਣੇ ਫੜਵਾ ਦਿੰਦਾ ਹੈ, ਕਿਸੇ ਨੂੰ ਵੀ ਜੇਲ੍ਹ ਕਰਾ ਦਿੰਦਾ ਹੈ, ਬੇਗਾਨਿਆਂ ਨੂੰ ਫਸਾ ਦਿੰਦਾ ਹੈ। ਇਸੇ ਮਾਇਆ ਨੂੰ ਦੇਖ ਕੇ ਆਪਣਿਆਂ ਨੂੰ ਛੁਡਾ ਵੀ ਲੈਂਦਾ ਹੈ, ਰਿਸ਼ਵਤ ਵੀ ਦੇ ਦਿੰਦਾ ਹੈ। ਕਦੀ ਰਿਸ਼ਵਤਖੋਰ ਹੋ ਜਾਂਦਾ ਹੈ, ਕਦੀ ਇਹ ਬੇਈਮਾਨ ਹੋ ਜਾਂਦਾ ਹੈ, ਕਦੀ ਕੁਛ ਹੋ ਜਾਂਦਾ ਹੈ। ਪਰ ਜਿਸ ਦਿਨ ਇਹਦੀ ਆਹ ਬਿਰਤੀ ਮੁੱਕ ਜਾਂਦੀ ਹੈ, ਤਬ ਜਾਏ ਜੋਤ, ਗਿਆਨ ਦੀ ਉਸ ਅਵਸਥਾ ਦੇ ਵਿੱਚ ਜਾ ਕੇ ਜਿੱਥੇ ਗਿਆਨ ਦੀ ਰੋਸ਼ਨੀ ਹੈ, ਉਸ ਰੋਸ਼ਨੀ ਨੂੰ ਇਹ ਪ੍ਰਾਪਤ ਕਰ ਲੈਂਦਾ ਹੈ। ਉਸ ਅਵਸਥਾ ਵਿੱਚ ਇੱਕ ਵੱਖਰਾ ਆਨੰਦ ਪ੍ਰਾਪਤ ਹੋ ਜਾਂਦਾ ਹੈ, ਜ਼ਿੰਦਗੀ ਰੋਸ਼ਨ ਹੋ ਜਾਂਦੀ ਹੈ, ਜ਼ਿੰਦਗੀ ਵਿੱਚ ਖੁਸ਼ੀ ਖੇੜਾ ਆ ਜਾਂਦਾ ਹੈ, ਆਤਮਿਕ ਜੀਵਨ ਵਿੱਚ ਉਜਾਲਾ ਆ ਜਾਂਦਾ ਹੈ, ਜ਼ਿੰਦਗੀ ਆਨੰਦਮਈ ਬਣ ਜਾਂਦੀ ਹੈ, ਜ਼ਿੰਦਗੀ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸ ਤੋਂ ਅਗਲਾ ਬੰਦ, ਝੱਜਾ ਉਰਜ ਸੂਰਜ ਨਹੀਂ ਜਾਣਾ। ਝੱਜਾ
ਇੱਥੇ ਝੱਜਾ ਕਵਾਂਗੇ ਤੇ ਝੱਜਾ ਤੇ ਅੱਗੇ ਜਾ ਬਣ ਜਾਏਗਾ, ਜਾ ਚ ਜਾ, ਅੱਗੇ ਜੱਜਾ ਨਹੀਂ ਹੈਗਾ, ਅੱਗੇ ਵੀ ਝੱਜੇ ਨੂੰ ਕੰਨਾ ਲੱਗਿਆ ਹੋਇਆ, ਝਾ ਪੜਨਾ ਇਹਨੂੰ, ਜਾ ਦੀ ਬਜਾਏ ਝਾ, ਝੱਜਾ ਨਹੀਂ ਝੱਜਾ। ਜਿਵੇਂ ਝੰਡਾ ਕਹਿੰਦੇ ਆ ਅਸੀਂ ਹਿੰਦੀ ਚ, ਉਹ ਝ, ਉਹ ਵਾਲਾ ਝ ਆਏਗਾ। ਝੱਜਾ, ਉਰਝ, ਉਰਝ ਨਹੀਂ ਕਹਿਣਾ, ਉਰਝ ਬਣੇਗਾ ਜੱਜੇ ਨਾਲ, ਇਹ ਝ ਹੈ, ਸੁਰ ਝ, ਇਹ ਵੀ ਝ ਹੈ। ਝੱਜਾ, ਉਰਝ, ਸੂਰਜ ਨਹੀਂ ਜਾਣਾ। ਜਿਸ ਨੂੰ ਝ ਕਹਿ ਕੇ ਬੋਲਾਂਗੇ ਬੜਾ ਵਧੀਆ ਦਾ ਉਚਾਰਨ ਹੋ ਜਾਏਗਾ। ਝੱਜੇ ਅੱਖਰ ਦੇ ਰਾਹੀਂ ਹੁਣ ਭਗਤ ਕਬੀਰ ਜੀ ਅਗਲਾ ਉਪਦੇਸ਼ ਦੇ ਰਹੇ ਨੇ। ਉਰਝ, ਉਲਝ ਗਿਆ, ਫਸ ਗਿਆ, ਸੂਰਜ ਨਹੀਂ ਜਾਣਾ, ਸੁਲਝਣਾ ਜਾਣਿਆ ਨਹੀਂ ਇਹਨੇ ਉਲਝਣਾ ਜਾਣਿਆ। ਭਾਵ ਫਸਣਾ ਜਾਣ ਲਿਆ ਵੀ ਫਸੀ ਦਾ ਕਿਵੇਂ ਹੈ, ਪਰ ਬਚਣਾ ਕਿਵੇਂ ਹੈ ਇਹ ਜਾਣਦਾ ਨਹੀਂ ਹੈ। ਜ਼ਿੰਦਗੀ ਵਿੱਚ ਨੇ ਫਸਣਾ ਹੀ ਸਿੱਖੀ ਹੈ, ਪਤਾ ਨਹੀਂ ਕਿੰਨੀਆਂ ਕੁ ਇਹਨੇ ਫਾਹੀਆਂ ਬਣਾ ਲਈਆਂ ਤੇ ਉਹਦੇ ਚ ਉਲਝ ਗਿਆ। ਪਤਾ ਨਹੀਂ ਕਿੰਨੇ ਕੁ ਜਾਲੇ ਇਹਨੇ ਤਣੇ ਸਨ ਦੂਜਿਆਂ ਨੂੰ ਫਸਾਉਣ ਵਾਸਤੇ, ਉਹਦੇ ਚ ਆਪ ਫਸ ਕੇ ਰਹਿ ਗਿਆ। ਜਿਵੇਂ ਮੱਕੜੀ ਜਾਲ ਤਣੇ, ਪਰ ਜੇ ਜਾਲ ਚੋਂ ਨਿਕਲਣਾ ਨਾ ਜਾਣਦੀ ਹੋਵੇ ਤੇ ਫਿਰ ਫਸ ਗਈ ਨਾ। ਹਾਲਾਂਕਿ ਮੱਕੜੀ ਕਦੀ ਜਾਲ ਚ ਨਹੀਂ ਫਸਦੀ, ਪਰ ਮਨੁੱਖ ਐਸਾ ਮੱਕੜੀ ਹੈ ਜਦੋਂ ਇਹ ਦੂਜੇ ਨੂੰ ਫਸਾਉਣ ਵਾਸਤੇ ਜਾਲ ਤਣਦਾ ਹੈ, ਇਹ ਫਸ ਜਾਂਦਾ ਹੈ। ਮੱਕੜੀ ਜਾਲ ਬਣਾਉਂਦੀ ਹੈ ਕਿ ਮੱਖੀ ਮੱਛਰ ਫਸ ਜਾਏਗਾ, ਮੈਨੂੰ ਖਾ ਲਵਾਂਗੀ, ਪਰ ਉਹ ਜਾਲ ਚ ਨਹੀਂ ਫਸਦੀ। ਪਰ ਬੰਦਾ ਐਸਾ ਜਦੋਂ ਇਹ ਲਾਲਚ ਦਾ ਜਾਲ ਤਣਦਾ ਹੈ, ਇਹਨੂੰ ਵੀ ਫਸਾ ਲਵਾਂ, ਇਹਨੂੰ ਵੀ ਫਸਾ ਲਵਾਂ, ਬੇਈਮਾਨੀ ਦੇ ਜਾਲ ਤਣਦਾ ਹੈ, ਰਿਸ਼ਵਤਖੋਰੀ ਦੇ ਜਾਲ ਤਣਦਾ ਹੈ, ਉਦੋਂ ਕੀ ਹੁੰਦਾ ਹੈ, ਇੱਕ ਦਿਨ ਉਹਦੇ ਚ ਆਪ ਫਸ ਜਾਂਦਾ ਹੈ। ਜਿਵੇਂ ਰੇਸ਼ਮ ਦਾ ਕੀੜਾ ਆਪਣੇ ਆਲੇ ਦੁਆਲੇ ਜਾਲ ਤਣੀ ਜਾਂਦਾ ਹੈ, ਇੱਕ ਸਮਾਂ ਐਸਾ ਆਉਂਦਾ ਹੈ ਰੇਸ਼ਮ ਦਾ ਕੀੜਾ ਉਸ ਆਪਣੇ ਤਲੇ ਜਾਲ ਦੇ ਵਿੱਚ ਹੀ ਫਸ ਜਾਂਦਾ ਹੈ। ਇਹ ਵੀ ਮਾਇਆ ਦਾ ਜਾਲ ਉਣੀ ਜਾਂਦਾ ਹੈ, ਧੋਖੇਬਾਜ਼ੀਆਂ ਦਾ, ਠੱਗੀਆਂ ਦਾ ਜਾਲ ਉਣੀ ਜਾਂਦਾ ਹੈ, ਲੋਕਾਂ ਨੂੰ ਫਸਾ ਲਵਾ। ਨਤੀਜਾ ਕੀ ਨਿਕਲਦਾ ਹੈ? ਭੁਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇ ਆਪ ਬੰਧਾਇਓ। ਜਿਹੜੇ ਲਾਲਚ ਕਰਕੇ ਜਾਲੇ ਤਣੇ ਸੀ ਨਾ ਲੋਕਾਂ ਨੂੰ ਫਸਾ ਲਵਾਂ, ਉਹਦੇ ਚ ਆਪ ਬੰਨਿਆ ਗਿਆ। ਬੰਨਣਾ ਜਾਣਦਾ ਆਪਣੇ ਆਪ ਨੂੰ, ਉਲਝਣਾ ਜਾਣਦਾ, ਸੁਲਝ ਨਹੀਂ ਜਾਣਾ, ਸੁਲਝਣਾ ਨਹੀਂ ਜਾਣਦਾ। ਮੈਂ ਇਹਨਾਂ ਵਿਕਾਰਾਂ ਤੋਂ ਬਾਹਰ ਕਿਵੇਂ ਨਿਕਲਾਂ ਉਹ ਨਹੀਂ ਜਾਣਦਾ। ਰਿਸ਼ਵਤਖੋਰੀ ਜਾਣਦਾ ਹੈ, ਬੇਈਮਾਨੀ ਜਾਣਦਾ ਹੈ, ਠੱਗੀ ਕਰਨੀ ਜਾਣਦਾ ਹੈ, ਪਰ ਇਹਨਾਂ ਠੱਗੀਆਂ ਤੋਂ ਬਚਾਂ ਕਿਵੇਂ ਮੈਂ, ਉਹ ਨਹੀਂ ਜਾਣਦਾ। ਮੈਂ ਬੇਈਮਾਨੀ ਰਿਸ਼ਵਤਖੋਰੀ ਤੋਂ ਕਿਵੇਂ ਬਚਾ ਕਰਾਂ, ਮੈਂ ਨਾ ਫਸਾਂ ਇਹਨਾਂ ਵਿਕਾਰਾਂ, ਉਹ ਨਹੀਂ ਜਾਣਦਾ। ਫਾਸਨ ਕੀ ਵਿਦ ਸਭ ਕੋਈ ਜਾਣੇ, ਛੂਟਨ ਕੀ ਇੱਕ ਕੋਈ। ਫਸਣਾ ਹਰ ਕੋਈ ਜਾਣਦਾ ਹੈ, ਫਸਣ ਦੀਆਂ ਵਿਧੀਆਂ, ਫਸਣ ਦੇ ਤਰੀਕੇ ਸਾਰੇ ਜਾਣਦੇ ਨੇ, ਪਰ ਛੁੱਟਣਾ ਕੋਈ ਇੱਕ ਅੱਧਾ ਹੀ ਜਾਣਦਾ ਵੀ ਛੁੱਟੀ ਦਾ ਕਿਵੇਂ ਹੈ। ਨਿੰਦਿਆ ਚੁਗਲੀ ਚ ਹਰ ਕੋਈ ਫਸ ਜਾਂਦਾ ਹੈ। ਕੋਈ ਦੋਸਤ ਮਿੱਤਰ ਆਇਆ, ਉਹਦੇ ਨਾਲ ਖਲੋ ਕੇ 4 ਘੰਟੇ ਲੰਘ ਗਏ, ਪਤਾ ਹੀ ਨਹੀਂ ਲੱਗਿਆ। ਨਿੰਦਿਆ ਚੁਗਲੀ ਦੇ ਵਿੱਚ ਫਸ ਗਿਆ। ਜਦੋਂ ਕਿਸੇ ਦੋਸਤ ਮਿੱਤਰ ਨੂੰ ਆ ਕੇ ਮਿਲਿਆ ਤੇ 3-4 ਘੰਟੇ ਜਿਉਂ ਨਿੰਦਿਆ ਚੁਗਲੀ ਸ਼ੁਰੂ ਕਰ ਦਿੱਤੀ, ਪਤਾ ਹੀ ਨਹੀਂ ਲੱਗਿਆ 3-4 ਘੰਟੇ ਕਿਵੇਂ ਲੰਘ ਗਏ। ਹੁਣ ਉਹ 3-4 ਘੰਟਿਆਂ ਨਿੰਦਿਆ ਚ ਫਸਣਾ ਤੇ ਜਾਣਦਾ ਹੈ, ਫਸ ਤੇ ਗਿਆ, ਪਰ ਜਦੋਂ ਕੋਈ ਇਹੋ ਜਿਹਾ ਬੰਦਾ ਟੱਕਰੇ ਉਹਦੇ ਤੋਂ ਬਚਣਾ ਕਿਵੇਂ ਹੈ, ਸੁਲਝਣਾ ਨਹੀਂ ਜਾਣਦਾ, ਨਿੰਦਿਆ ਚੁਗਲੀ ਤੋਂ ਬਚਣਾ ਨਹੀਂ ਜਾਣਦਾ। ਈਰਖਾ ਵਿੱਚ ਫਸਣਾ ਜਾਣਦਾ ਹੈ, ਪਰ ਈਰਖਾ ਤੋਂ ਬਚਣਾ ਨਹੀਂ ਜਾਣਦਾ। ਜਾਤੀਵਾਦ ਵਿੱਚ ਫਸਣਾ ਜਾਣਦਾ ਹੈ, ਨਿਕਲਣਾ ਨਹੀਂ ਜਾਣਦਾ। ਮਨੁੱਖ ਮੇਰ ਤੇਰ ਦੇ ਵਿਤਕਰਿਆਂ ਚ ਫਸ ਗਿਆ, ਬਾਹਰ ਨਿਕਲਣਾ ਨਹੀਂ ਜਾਣਦਾ। ਕਰਮ ਕਾਂਡਾਂ ਚ ਫਸ ਗਿਆ, ਧਰਮ ਦੇ ਨਾਂ ਤੇ ਕਰਮ ਕਾਂਡ ਕਰੀ ਜਾਂਦਾ ਹੈ, ਪਰ ਉਹਨਾਂ ਕਰਮ ਕਾਂਡਾਂ ਤੋਂ ਬਚਣਾ ਨਹੀਂ ਜਾਣਦਾ। ਝੂਠ ਬੋਲਣਾ ਸਮਝ ਗਿਆ, ਝੂਠ ਚ ਫਸ ਗਿਆ, ਬਾਹਰ ਨਹੀਂ ਨਿਕਲਣਾ ਜਾਣਦਾ। ਜਿਉਂ ਬਚਪਨ ਤੋਂ ਲੈ ਕੇ ਜਵਾਨੀ ਬੁਢੇਪਾ, ਜਿਉਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਵਿਕਾਰਾਂ ਚ ਫਸੀ ਜਾਂਦਾ, ਝੱਜਾ ਉਰਝ, ਸੁਰਝ ਨਹੀਂ ਜਾਣਾ। ਉਲਝਣਾ ਜਾਣਦਾ ਹੈ, ਸੁਲਝਣਾ ਜਾਣਦਾ ਨਹੀਂ ਹੈ। ਨਤੀਜਾ ਕੀ ਨਿਕਲਿਆ? ਨਤੀਜਾ ਇਹ ਨਿਕਲਿਆ, ਜੀਵਨ ਵਿਕਾਰਾਂ ਨਾਲ ਭਰ ਗਿਆ। ਚਿੰਤਾ ਫਿਕਰਾਂ ਕਰਨੀਆਂ ਜਾਣਦਾ ਹੈ, ਸ਼ਾਂਤੀ ਤੇ ਆਨੰਦ ਨਹੀਂ ਜਾਣਦਾ, ਪ੍ਰੇਮ ਨਹੀਂ ਜਾਣਦਾ। ਨਤੀਜਾ ਕੀ ਨਿਕਲਿਆ? ਚਿੰਤਾ ਨੇ ਇਹਦੀ ਜ਼ਿੰਦਗੀ ਚ ਤਣਾਅ ਲੈ ਆਂਦਾ, ਸਟ੍ਰੈਸ ਲੈ ਆਂਦੀ, ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਹੁਣ ਡਿਪਰੈਸ਼ਨ ਤੋਂ ਬਾਹਰ ਕਿਵੇਂ ਨਿਕਲਣਾ ਹੈ, ਇਸ ਗੱਲ ਦਾ ਪਤਾ ਨਹੀਂ ਹੈ। ਚਿੰਤਾ ਕਰ ਕਰਕੇ ਚਿੰਤਾ ਤੇ ਸਹਿੜ ਲਈ,
ਚਿੰਤਾ ਤੋਂ ਬਾਹਰ ਕਿਵੇਂ ਨਿਕਲਾਂ, ਡਿਪਰੈਸ਼ਨ ਤੋਂ ਬਾਹਰ ਕਿਵੇਂ ਨਿਕਲਾਂ, ਇਸ ਗੱਲ ਨੂੰ ਜਾਣਦਾ ਨਹੀਂ ਹੈ। ਲੋਕ ਵਿਸ਼ੇ ਵਿਕਾਰਾਂ 'ਚ ਫਸ ਜਾਂਦੇ ਨੇ, ਨਿਕਲਣਾ ਨਹੀਂ ਜਾਣਦੇ। ਕੋਈ ਧਰਮ ਦੀ ਦੁਨੀਆ 'ਚ ਲੈ ਲਓ, ਇੱਕ ਛੋਟੇ ਜਿਹੇ ਨੁਕਤੇ ਤੋਂ ਬਹਿਸ ਸ਼ੁਰੂ ਹੋ ਜਾਂਦੀ ਹੈ। ਬਹਿਸ ਕਰਨੀ ਜਾਣਦੇ ਨੇ, ਬਹਿਸ ਕਰੀ ਜਾਂਦੇ ਨੇ, ਝਗੜੀ ਜਾਂਦੇ ਨੇ, ਪਰ ਉਸ ਬਹਿਸ ਵਿੱਚੋਂ ਬਾਹਰ ਕਿਵੇਂ ਨਿਕਲਣਾ ਇਹ ਨਹੀਂ ਜਾਣਦੇ। ਨਤੀਜਾ ਦੁਸ਼ਮਣੀ ਪੈਦਾ ਹੋ ਜਾਂਦੀ ਹੈ, ਲੜਾਈ ਝਗੜੇ ਪੈਦਾ ਹੋ ਜਾਂਦੇ ਨੇ। ਨੈਗੇਟਿਵਿਟੀ ਵਿੱਚ ਉਲਝਣਾ ਮਨੁੱਖ ਜਾਣਦਾ ਹੈ, ਪਰ ਪੋਜ਼ਿਟਿਵ ਕਿਵੇਂ ਬਣਨਾ ਇਹ ਨਹੀਂ ਜਾਣਦਾ। ਸਮਾਜਿਕ ਤੌਰ ਤੇ ਮੇਰ ਤੇ ਜਾਤੀਵਾਦ ਵਿੱਚ ਫਸਣਾ ਜਾਣਦਾ ਹੈ, ਪਰ ਏਕ ਪਿਤਾ ਏਕ ਸਕੇ ਹਮ ਬਾਰਕ ਵਿੱਚ ਬਾਹਰ ਨਿਕਲਣਾ ਨਹੀਂ ਜਾਣਦਾ। ਰਾਜਨੀਤਿਕ ਤੌਰ ਤੇ ਉਲਝਣਾ ਜਾਣਦਾ ਹੈ। ਦੇਖੋ ਰਾਜਨੀਤਿਕਾਂ ਨੇ ਕਿੰਨੀਆਂ ਉਲਝਣਾਂ ਪੈਦਾ ਕੀਤੀਆਂ ਨੇ, ਧਰਤੀ ਦੇ ਟੁਕੜੇ ਕਰ ਦਿੱਤੇ, ਆਹ ਦੇਸ਼ ਮੇਰਾ ਉਹ ਦੇਸ਼ ਤੇਰਾ ਹੈ, ਤੇ ਜਰਾ ਜਿੰਨੀ ਗੱਲ ਤੇ ਇੱਕ ਦੂਜੇ ਤੇ ਬੰਬ ਸੁੱਟ ਰਹੇ ਨੇ, ਸੀਮਾਵਾਂ ਬਣਾ ਲਈਆਂ, ਲੜਾਈਆਂ ਝਗੜੇ, ਟੈਂਕ, ਤੋਪਾਂ, ਰਾਕਟ, ਮਿਜ਼ਾਈਲਾਂ, ਇਹ ਕਾਹਦੇ ਵਾਸਤੇ ਨੇ? ਦੂਜੇ ਦੇਸ਼ ਦੇ ਇਨਸਾਨਾਂ ਨੂੰ ਮਾਰਨ ਵਾਸਤੇ ਨੇ। ਕਿ ਮੈਂ ਦੂਜੇ ਦੇਸ਼ ਦੇ ਇਨਸਾਨਾਂ ਨੂੰ ਮਾਰ ਦਿਆਂ, ਉਹ ਮੇਰੇ ਦੁਸ਼ਮਣ ਨੇ, ਕਿਵੇਂ ਇਸ ਦੇਸ਼ ਨੂੰ ਖਤਮ ਕਰ ਦੇਵਾਂ ਤੇ ਮੈਂ ਆਪਣਾ ਦੇਸ਼ ਵੱਡਾ ਕਰ ਲਵਾਂ। ਰਾਜਨੀਤਿਕ ਲੋਕ ਉਲਝਣਾ ਜਾਣਦੇ ਨੇ, ਆਏ ਦਿਨ ਲੜਾਈਆਂ ਜੰਗਾਂ ਹੋ ਰਹੀਆਂ ਨੇ, ਤੁਹਾਡੇ ਸਾਹਮਣੇ ਦੇਖ ਲਓ, ਰਸ਼ੀਆ, ਯੂਕਰੇਨ, ਔਰ ਉਹਦੇ ਪਿੱਛੇ ਜਿਹੜੀਆਂ ਹੋਰ ਵੱਡੀਆਂ ਸ਼ਕਤੀਆਂ, ਪਾਵਰਾਂ ਨੇ, ਇਹ ਦੁਨੀਆ 'ਚ ਜੰਗ ਤੇ ਦੇ ਸਕਦੀਆਂ ਨੇ, ਪਰ ਅਮਨ, ਚੈਨ, ਸ਼ਾਂਤੀ ਕਿਵੇਂ ਆਵੇ ਇਹ ਨਹੀਂ ਸਿਖਾ ਰਹੀਆਂ। ਉਲਝਣਾ ਜਾਣਦੇ ਨੇ, ਸੁਲਝਣਾ ਨਹੀਂ ਜਾਣਦੇ। ਧਾਰਮਿਕ ਤੌਰ ਤੇ ਕਿੰਨੇ ਬਖੇੜੇ ਖੜੇ ਨੇ, ਅਸੀਂ ਧਾਰਮਿਕ ਤੌਰ ਤੇ ਉਲਝਣਾ ਜਾਣਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਤੇ ਵੀ ਉਲਝਣ ਹੈ, ਵਿਚਕਾਰ ਵੀ ਉਲਝਣ ਹੈ, ਆਖਰੀ ਪੰਨੇ ਤੇ ਵੀ ਉਲਝਣ ਹੈ। ਸੁਲਝਣਾ ਜਾਣਦੇ ਨਹੀਂ ਆ। ਮੂਲ ਮੰਤਰ ਤੇ ਵੀ ਉਲਝਣ ਹੈ, ਕਿੱਥੋਂ ਤੱਕ ਹੈ, ਵਿਚਕਾਰ ਵੀ ਉਲਝਣ ਹੈ, ਮੱਧ ਲਾਈਏ ਕਿ ਨਾ ਲਾਈਏ, ਸਮਾਪਤੀ ਤੇ ਉਲਝਣ ਹੈ, ਰਾਗਮਾਲਾ ਬਾਣੀ ਹੈ ਕਿ ਨਹੀਂ ਹੈ। ਉਲਝਣਾ ਜਾਣਦੇ ਹਾਂ, ਸੁਲਝਣਾ ਨਹੀਂ ਜਾਣਦੇ। ਅਸੀਂ ਧਰਮ ਦੀ ਦੁਨੀਆ 'ਚ ਨਿਤਨੇਮ ਕਿੱਦਾਂ ਹੋਵੇ, ਕਿੰਨਾ ਹੋਵੇ, ਕਿੰਨੀਆਂ ਬਾਣੀਆਂ ਦਾ ਹੋਵੇ, ਅਰਦਾਸ ਕਿੱਦਾਂ ਦੀ ਹੋਣੀ ਚਾਹੀਦੀ ਹੈ। ਵੱਖੋ ਵੱਖਰੀਆਂ ਅਰਦਾਸਾਂ ਨੇ, ਵੱਖੋ ਵੱਖਰੇ ਨਿਤਨੇਮ ਨੇ, ਵੱਖੋ ਵੱਖਰੇ ਪਾਠ ਆਰੰਭ ਕਰਨ ਦੀਆਂ ਵਿਧੀਆਂ ਨੇ, ਵੱਖੋ ਵੱਖਰੀ ਸਮਾਪਤੀ ਦੀਆਂ ਵਿਧੀਆਂ ਨੇ, ਵੱਖੋ ਵੱਖਰੀਆਂ ਮਰਿਆਦਾ ਨੇ। ਉਲਝਣਾ ਜਾਣਦੇ ਹਾਂ ਅਸੀਂ, ਸੁਲਝਣਾ ਕੋਈ ਬਿਰਲਾ ਜਾਣਦਾ ਹੈ। ਝੱਜਾ ਉਰਝ ਸੁਰਝ ਨਹੀਂ ਜਾਣਾ। ਉਲਝਣਾ ਸਿੱਖ ਲਿਆ, ਪਰ ਸੁਲਝਣਾ ਨਹੀਂ ਸਿੱਖਿਆ ਕਿ ਕਿਵੇਂ ਸੁਲਝਾਂ। ਪਰ ਭਗਤ ਕਬੀਰ ਜੀ ਬੜੇ ਪਿਆਰ ਨਾਲ ਸਮਝਾਉਂਦੇ ਨੇ ਇਸ ਮਨ ਨੂੰ ਜਿਵੇਂ CBT ਜਿਹੜੀ ਹੈਗੀ ਹੈ, ਅਸੀਂ ਕੋਗਨੀਟਿਵ ਬਿਹੇਵੀਅਰ ਥੈਰੇਪੀ ਜਿਹੜੀ ਦੇਖਦੇ, ਜਿਹਦੇ ਨਾਲ ਕਾਉਂਸਲਿੰਗ ਕੀਤੀ ਜਾਂਦੀ ਹੈ। ਜਿਹੜੇ ਲੋਕ ਉਲਝੇ ਹੁੰਦੇ ਨੇ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾਂਦਾ। ਬੜਾ ਸੋਹਣਾ ਮੈਥਡ ਹੈ। ਬਸ ਉਸੇ ਸੋਹਣੇ ਤਰੀਕੇ ਦੇ ਨਾਲ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਸਮਝਾ ਕੇ ਗਏ ਕਿ ਆਓ ਤੁਹਾਡੀ ਉਲਝਣ ਖਤਮ ਕਰਦੇ ਹਾਂ। ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ, ਪਰਿਵਾਰਿਕ, ਇਹਨਾਂ ਪੱਖਾਂ 'ਚ ਤੁਸੀਂ ਉਲਝੇ ਹੋਏ ਹੋ, ਆਓ ਤੁਹਾਡੀ ਉਲਝਣ ਨੂੰ ਦੂਰ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਹਰ ਪੱਖ ਦੇ ਵਿੱਚ ਅਗਵਾਈ ਕੀਤੀ। ਔਰ ਰਾਜਨੀਤਿਕ ਤੌਰ ਤੇ ਕਿਵੇਂ ਸੁਲਝੋਗੇ, ਅਗਵਾਈ ਦੇ ਦਿੱਤੀ। ਰਾਜੇ ਚੁਲੀ ਨਿਆਮ ਕੀ। ਆਰਥਿਕ ਤੌਰ ਤੇ ਕਿਵੇਂ ਸੁਲਝੋਗੇ, ਅਗਵਾਈ ਦੇ ਦਿੱਤੀ। ਘਾਲ ਖਾਏ ਕਿਛ ਹੱਥੋਂ ਦੇ। ਧਾਰਮਿਕ ਤੌਰ ਤੇ ਅਗਵਾਈ ਕਰ ਦਿੱਤੀ। ਧਾਰਮਿਕ ਤੌਰ ਤੇ ਕਿਵੇਂ ਉਲਝਣ ਤੋਂ ਬਚੋਗੇ, ਧਰਮ ਇੱਕ ਕਰ ਲਓ, ਉਹ ਹੈ ਸੱਚ ਦੇ ਆਧਾਰ ਤੇ ਜ਼ਿੰਦਗੀ ਜੀਵੋ। ਏਕੋ ਧਰਮ ਦ੍ਰਿੜ ਹੈ ਸੱਚ ਕੋਈ। ਸਮਾਜਿਕ ਤੌਰ ਤੇ ਉਲਝਣ ਦੂਰ ਕਰ ਦਿੱਤੀ। ਜਾਤੀਵਾਦ, ਮੇਰ ਤੇ ਦੇਸ਼ਾਂ ਦੀ ਵੰਡ ਦੇ ਵਿੱਚ ਫਸੇ ਹੋਏ ਹੋ, ਰੰਗ ਨਸਲ ਦੇ ਆਧਾਰ ਤੇ ਵੰਡੇ ਹੋਏ ਹੋ, ਆਓ ਤੁਹਾਨੂੰ ਇੱਕ ਕਰਦੇ ਹਾਂ। ਏਕ ਪਿਤਾ ਏਕ ਸਕੇ ਹਮ ਬਾਰਕ। ਰੱਬ ਪਿਤਾ, ਅਸੀਂ ਸਾਰੇ ਦੇ ਬੱਚੇ ਹਾਂ, ਇੱਕ ਪਰਿਵਾਰ ਹੈ। ਸਾਰੀਆਂ ਉਲਝਣਾਂ ਦੂਰ ਕਰ ਦਿੱਤੀਆਂ। ਜਦੋਂ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝ ਕੇ ਵਿਚਾਰ ਕੇ ਪੜ੍ਹਦਾ ਹੈ, ਉਹਦੀ ਜ਼ਿੰਦਗੀ 'ਚ ਕਿਸੇ ਵੀ ਪੱਖ ਦੀ ਕੋਈ ਵੀ ਉਲਝਣ ਰਹਿ ਨਹੀਂ ਜਾਂਦੀ। ਔਰ ਭਗਤ ਜੀ ਬੜੇ ਪਿਆਰ ਨਾਲ ਸਮਝਾ ਰਹੇ ਨੇ, ਰਹਿਓ ਝਜਕ ਨਾਹੀ ਪਰਵਾਨਾ। ਕਿ ਤੂੰ ਉਲਝਣਾ ਜਾਣ ਲਿਆ, ਸੁਲਝਣਾ ਜਾਣਿਆ ਨਹੀਂ ਹੈ। ਰਹਿਓ ਝਜਕ। ਝਜਕ ਮੈਨੇ ਝਿਜਕ, ਝਾਕਾ। ਝਜਕ ਮੈਨੇ ਝਾਕਾ, ਝਿਜਕ। ਮੰਨੋ ਜਿਵੇਂ ਕਿਸੇ ਗੱਲ ਤੋਂ ਕੋਈ ਝਿਜਕਦਾ ਹੋਵੇ ਤੇ ਝਿਜਕੀ ਚਲਾ ਜਾਏ। ਰਹਿਓ ਝਜਕ ਮੈਨੇ ਝਕਦਾ ਰਿਹਾ, ਸੰਸਿਆਂ 'ਚ ਪਿਆ ਰਿਹਾ, ਤੋਖਲਿਆਂ 'ਚ ਪਿਆ ਰਿਹਾ, ਝਕਦਾ ਰਿਹਾ, ਮੈਂ ਕਰਾਂ ਕਿ ਨਾ ਕਰਾਂ, ਇਹ ਕਰਾਂ ਕਿ ਨਾ ਕਰਾਂ। ਔਰ ਹੋਇਆ ਕੀ, ਨਾ ਹੀ ਪਰਵਾਨਾ। ਪਰਵਾਨਾ ਮੈਨੇ ਪ੍ਰਵਾਨ, ਕਬੂਲ। ਪ੍ਰਵਾਨ ਨਹੀਂ ਹੋਇਆ।
ਬਹਿਸਾਂ ਤੇ ਕਰਦਾ ਰਿਹਾ, ਪਰ ਬਹਿਸਾਂ ਤੋਂ ਬਚਣਾ ਜਾਣਦਾ ਨਹੀਂ ਰਹੇ। ਉਹ ਝਿਜਕਦਾ ਹੀ ਰਿਹਾ, ਝਾਕਾ ਹੀ ਆਉਂਦਾ ਰਿਹਾ, ਸਹਿਮਦਾ ਰਿਹਾ, ਡਰਦਾ ਰਿਹਾ ਕਿ ਜੇ ਮੈਂ ਇਹ ਗੱਲ ਕਹਿ ਦਿੱਤੀ ਅਗਲਾ ਕੀ ਕਹੇਗਾ। ਸੰਸਿਆਂ ਵਿੱਚ ਫਸਿਆ ਰਿਹਾ, ਤੌਖਲਿਆਂ 'ਚ ਫਸਿਆ ਰਿਹਾ। ਜਿਹੜਾ ਇਨਸਾਨ ਸੰਸਿਆਂ ਤੌਖਲਿਆਂ 'ਚ ਫਸ ਜਾਂਦਾ ਹੈ, ਉਹਦੀ ਸਾਰੀ ਜ਼ਿੰਦਗੀ ਡਰ ਵਿੱਚ ਗੁਜ਼ਰਦੀ ਹੈ। ਐਸਾ ਇਨਸਾਨ ਸਾਰੀ ਜ਼ਿੰਦਗੀ ਸਹਿਮਿਆ ਰਹਿੰਦਾ ਹੈ, ਨਾ ਹੀ ਪ੍ਰਵਾਨਾ। ਫਿਰ ਉਹਦਾ ਜੀਵਨ ਪ੍ਰਵਾਨ ਨਹੀਂ ਹੁੰਦਾ, ਉਹਦਾ ਜੀਵਨ ਕਬੂਲ ਨਹੀਂ ਚੜ੍ਹਦਾ, ਫਿਰ ਉਹਦਾ ਜੀਵਨ ਸਫਲ ਹੀ ਨਹੀਂ ਹੁੰਦਾ। ਉਹ ਜ਼ਿੰਦਗੀ ਵਿਅਰਥ ਗਵਾ ਜਾਂਦਾ ਹੈ। ਜਿਹੜਾ ਬੰਦਾ ਝਿਜਕਦਾ ਹੀ ਸੰਸਿਆਂ ਡਰਾਂ ਸਹਿਮਿਆਂ 'ਚ ਫਸਿਆ ਰਹਿੰਦਾ ਹੈ, ਉਹ ਪ੍ਰਵਾਨ ਨਹੀਂ ਹੁੰਦਾ। ਰਹੇ ਉਹ ਝਜਕ, ਨਾ ਹੀ ਪ੍ਰਵਾਨਾ, ਉਹ ਕਬੂਲ ਨਹੀਂ ਹੁੰਦਾ, ਪ੍ਰਵਾਨ ਨਹੀਂ ਚੜ੍ਹਦਾ। ਉਹਦੀ ਜ਼ਿੰਦਗੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਯਾਦ ਰੱਖੋ, ਜਿੱਥੇ ਸੁਲਝਣ ਦੀ ਇਜਾਜ਼ਤ ਨਾ ਹੋਵੇ, ਉਲਝਣ ਹੀ ਉਲਝਣ ਹੋਵੇ ਤੇ ਝਾਕਾ ਹੋਵੇ ਮੈਂ ਉਲਝਣ ਨੂੰ ਕਿਵੇਂ ਸਮਝਾਵਾਂ, ਡਰ ਸੰਸੇ ਹੋਣ, ਉੱਥੇ ਫਿਰ ਪ੍ਰਵਾਨ ਨਹੀਂ ਹੁੰਦਾ। ਕੀ ਹੁੰਦਾ ਹੈ? ਉੱਥੇ ਪਰਿਵਾਰਾਂ ਵਿੱਚ ਰਿਸ਼ਤੇ ਵੀ ਟੁੱਟ ਜਾਂਦੇ ਨੇ। ਜਿਸ ਘਰ ਦੇ ਵਿੱਚ ਉਲਝਣ ਹੁੰਦੀ ਹੈ ਨਾ, ਤੇ ਉਲਝਣ ਨੂੰ ਸੁਲਝਾਇਆ ਨਾ ਜਾਵੇ, ਪਤੀ ਪਤਨੀ ਦਾ ਮਨ ਨੂੰ ਝਗੜਾ, ਲੜਾਈ ਹੈ, ਜੇ ਉਹ ਬੈਠ ਕੇ ਇੱਕ ਦੂਜੇ ਦੇ ਸ਼ੰਕੇ ਦੂਰ ਨਾ ਕਰਨ, ਜਾਂ ਇੱਕ ਦੂਜੇ ਪ੍ਰਤੀ ਆਪਣੀ ਗਲਤੀਆਂ ਦੀ ਮੁਆਫੀ ਨਾ ਮੰਗਣ, ਅੱਗੋਂ ਵਾਸਤੇ ਠੀਕ ਚੱਲਣ ਦਾ ਪ੍ਰਣ ਨਾ ਲੈਣ, ਆਪਣੇ ਉਲਝਣ ਨੂੰ ਸੁਲਝਾਉਣ ਨਾ, ਨਤੀਜਾ ਕੀ ਹੁੰਦਾ ਹੈ? ਤਲਾਕ ਹੋ ਜਾਂਦੇ ਨੇ। ਜੇ ਦੋ ਭਰਾ ਬੈਠ ਕੇ ਸੁਲਝਣ ਨਾ, ਤੇ ਉਹਨਾਂ ਭਰਾਵਾਂ ਵਿੱਚ ਫਿੱਕ ਪੈ ਜਾਂਦੀ ਹੈ, ਭਰਾ ਭਰਾ ਦੇ ਕਤਲ ਕਰ ਦਿੰਦੇ ਨੇ, ਕੇਸ ਹੋ ਜਾਂਦੇ ਨੇ, ਲੜਾਈਆਂ ਹੋ ਜਾਂਦੀਆਂ ਨੇ, ਦੰਗੇ ਫਸਾਦ ਹੋ ਜਾਂਦੇ ਨੇ, ਬੋਲਬਾਣੀ ਬੰਦ ਹੋ ਜਾਂਦੀ ਹੈ। ਦੋ ਕਮਿਊਨਿਟੀਆਂ ਇੱਕ ਦੂਜੇ ਨਾਲ ਉਲਝ ਜਾਣ, ਜੇ ਬਹਿ ਕੇ ਸੁਲਝਾਣ ਨਾ, ਤੇ ਉਹ ਇੱਕ ਦੂਜੇ ਦੇ ਖੂਨ ਦੀਆਂ ਪਿਆਸੀਆਂ ਹੋ ਜਾਂਦੀਆਂ ਨੇ। ਦੋ ਮਿੱਤਰ ਕਿਸੇ ਕਾਰਨ ਫਿੱਕ ਪੈ ਜਾਏ, ਬੈਠ ਕੇ ਸੁਲਝਾਣ ਨਾ, ਮਿੱਤਰਤਾ ਟੁੱਟ ਜਾਂਦੀ ਹੈ। ਉਲਝਣ ਦਾ ਪਤਾ ਹੈ, ਸੁਲਝਣ ਦਾ ਪਤਾ ਨਹੀਂ ਵੀ ਸੁਲਝੀ ਦਾ ਕਿਵੇਂ ਹੈ। ਇਸੇ ਕਰਕੇ ਭਗਤ ਜੀ ਇਹ ਗੱਲ ਆਖਦੇ ਨੇ ਕਿ ਝਿਜਕਦਾ ਰਿਹਾ, ਡਰਾਂ ਸਹਿਮਾਂ ਦੇ ਵਿੱਚ ਫਸਿਆ ਰਿਹਾ, ਤੇ ਐਸੇ ਮਨੁੱਖ ਦਾ ਜੀਵਨ ਪ੍ਰਵਾਨ ਨਹੀਂ ਹੁੰਦਾ, ਭਾਵ ਜ਼ਿੰਦਗੀ ਵਿਅਰਥ ਕਰ ਜਾਂਦਾ ਹੈ ਉਹ। ਕਤ ਚੱਖ ਚੱਖ ਔਰਨ ਸਮਝਾਵਾ, ਇੱਥੇ ਪਾਠ ਸਮਝਾਵਾ ਹੈ, ਸਮਝਾਵਾ ਨਹੀਂ। ਸਮਝਾਵਾ ਹੁੰਦਾ ਫਸਟ ਪਰਸਨ, ਉੱਤਮ ਪੁਰਖ, ਆਪਣੇ ਵਾਸਤੇ ਮੈਂ ਸਮਝਾਉਂਦਾ ਹਾਂ। ਸਮਝਾਵਾ ਦੂਜੇ ਵਾਸਤੇ ਹੈ, ਸੈਕੰਡ ਪਰਸਨ, ਸਮਝਾਉਂਦਾ ਰਿਹਾ ਹੈ। ਕਤ ਚੱਖ ਚੱਖ ਔਰਨ ਸਮਝਾਵਾ, ਕਤ ਮੈਨੇ ਕਿਉਂ, ਕਿੱਥੇ, ਕਿਸ ਅਰਥ, ਝੱਕ ਝੱਕ, ਝੱਖਾਂ ਮਾਰ ਮਾਰ ਕੇ, ਵਿਅਰਥ ਦੇ ਬੋਲ ਬੋਲ ਕੇ, ਔਰਨ ਸਮਝਾਵਾ, ਦੂਜਿਆਂ ਨੂੰ ਤੂੰ ਸਮਝਾਈ ਜਾਂਦਾ, ਦੂਜਿਆਂ ਨੂੰ ਤੇ ਮੱਤਾਂ ਦੇਈ ਜਾਂਦਾ, ਬਹਿਸਾਂ ਕਰ ਕਰਕੇ ਦੂਜਿਆਂ ਨੂੰ ਮੱਤਾਂ ਦੇ ਰਿਹਾ, ਤੇ ਪਰ ਲਾਭ ਕੀ ਹੋਇਆ? ਕਿਉਂ? ਕਿਉਂਕਿ ਝਗਰ ਕੀਏ ਝਗਰੋ ਹੀ ਪਾਵਾ। ਦੂਜਿਆਂ ਨਾਲ ਬਹਿਸ ਕਰ ਰਹੇ ਆ, ਝੱਕ ਮਾਰ ਰਹੇ ਆ, ਸਮਝਾ ਰਹੇ ਆ ਦੂਜਿਆਂ ਨੂੰ ਸ਼ਾਂਤੀ ਨਾਲ ਰਹੋ, ਤੇ ਆਪ ਤੂੰ ਝੱਕ ਮਾਰ ਰਹੇ ਆ, ਬਹਿਸ ਕਰ ਰਹੇ ਆ। ਲਾਭ ਕੀ ਹੈ? ਤੇਰਾ ਝੱਕ ਮਾਰਨਾ ਖਤਮ ਨਹੀਂ ਹੋਇਆ, ਤੂੰ ਦੂਜੇ ਨੂੰ ਕੀ ਸਮਝਾਏਗਾ? ਕਤ ਝੱਕ ਝੱਕ ਔਰਨ ਸਮਝਾਵਾ, ਖਾਸ ਕਰ ਇਹ ਤੁਕ ਧਰਮ ਦੀ ਦੁਨੀਆ ਦੇ ਵਿੱਚ ਬੜੀ ਮਾਇਨੇ ਰੱਖਦੀ ਹੈ। ਇੰਨੀ ਮਾਇਨੇ ਰੱਖਦੀ ਹੈ ਕਿ ਜਦੋਂ ਦੋ ਆਪਣੇ ਆਪ ਨੂੰ ਧਰਮੀ ਖਵਾਉਣ ਵਾਲੇ ਕਿਸੇ ਧਰਮ ਦੇ ਨੁਕਤੇ ਤੇ ਵਿਚਾਰ ਕਰਨ ਬੈਂਦੇ ਨੇ, ਲੜ ਪੈਂਦੇ ਨੇ। ਦੋ ਵੱਖ-ਵੱਖ ਧਰਮਾਂ ਦੇ ਛੱਡੋ, ਦੋ ਗੁਰਸਿੱਖੀ, ਜੇ ਉਹਨਾਂ ਦੀ ਵਿਚਾਰਧਾਰਾ ਆਪਸ ਚ ਮੇਲ ਨਾ ਖਾਂਦੀ ਹੋਵੇ, ਤੇ ਦੋ ਗੁਰਸਿੱਖ ਇਕੱਠੇ ਬੈਠ ਕੇ ਜਦੋਂ ਇੱਕ ਤੁਕ ਦੀ ਵਿਚਾਰ ਕਰਦੇ ਨੇ, ਫਿਰ ਇੱਕ ਦੂਜੇ ਉੱਪਰ ਜ਼ੋਰ ਦੇ ਨਾਲ ਉਹਨੂੰ ਮਨਾਉਂਦੇ ਨੇ, ਥੋਪਦੇ ਨੇ ਵਿਚਾਰ, ਤੂੰ ਮੇਰੀ ਮੰਨ, ਦੂਜਾ ਕਹਿੰਦਾ ਤੂੰ ਮੇਰੀ ਮੰਨ। ਗੱਲ ਦੋਨੋਂ ਸ਼ਾਂਤੀ ਦੀ ਕਰ ਰਹੇ ਨੇ, ਤੇ ਦੂਜੇ ਨੂੰ ਸਮਝਾ ਰਹੇ ਨੇ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਤੇਰਾ ਵਾਲਾ ਗਲਤ ਹੈ। ਭਗਤ ਜੀ ਆਖਦੇ ਨੇ ਕਿਉਂ ਝੱਖ ਤੂੰ ਮਾਰਦਾ ਹੈ, ਵਿਅਰਥ ਦੇ ਬੋਲ ਤੂੰ ਬੋਲ ਰਿਹਾ, ਤੇ ਦੂਜੇ ਨੂੰ ਸਮਝਾ ਰਿਹਾ। ਇਹੋ ਜਿਹੇ ਝੱਖ ਮਾਰਨ ਵਾਲੇ ਕੰਮ ਤੇਰੇ ਅੰਦਰ ਝਗੜੇ ਹੀ ਪੈਦਾ ਕਰਨਗੇ, ਸ਼ਾਂਤੀ ਨਹੀਂ ਪੈਦਾ ਕਰਨਗੇ। ਕਤ ਝੱਖ ਝੱਖ ਔਰਨ ਸਮਝਾਵਾ, ਕਿਉਂ ਤੂੰ ਕਿਸ ਅਰਥ ਵਿਅਰਥ ਦੇ ਬੋਲ ਬੋਲ ਕੇ ਦੂਜਿਆਂ ਨੂੰ ਸਮਝਾਈ ਜਾਂਦਾ, ਮੱਤਾਂ ਦਿੰਦਾ ਹੈ। ਝਗਰ ਕੀਏ ਝਗਰੋ ਹੀ ਪਾਵਾ, ਝਗਰ ਕੀਏ ਮੈਨੇ ਝਗੜਾ ਕੀਤੀਆਂ, ਬਹਿਸ ਕੀਤੀਆਂ, ਝਗਰੋ ਹੀ ਪਾਵਾ, ਬਹਿਸ ਹੀ ਮਿਲਦੀ ਹੈ। ਲੜਾਈ ਝਗੜਾ ਕਰਕੇ ਲੜਾਈ ਝਗੜਾ ਹੀ ਪੱਲੇ ਪਏਗਾ। ਤੁਸੀਂ ਮੇਰੇ ਨਾਲ ਲੜੀ ਜਾਓ, ਬਹਿਸੀ ਜਾਓ, ਮੈਂ ਤੁਹਾਡੇ ਨਾਲ ਲੜੀ ਜਾਵਾਂ, ਬਹਿਸੀ ਜਾਵਾਂ, ਨਤੀਜਾ ਕੀ ਨਿਕਲੇਗਾ? ਜੇ ਦੋਨੋਂ ਅਸੀਂ ਆਪਣੇ ਗੱਲ ਤੇ ਅੜੇ ਰਹੀਏ ਤੇ ਝਗੜਾ ਹੀ ਪੈਦਾ ਹੋਏਗਾ। ਹੋਈਏ ਦੋਨੋਂ ਗਲਤ, ਰਿਜ਼ਲਟ ਕੀ ਨਿਕਲੇਗਾ? ਸੁਲਹ ਥੋੜੇ ਹੋਏਗੀ। ਇਸ ਤਰ੍ਹਾਂ ਬਹਿਸ ਦਾ ਰਿਜ਼ਲਟ ਬਹਿਸ ਹੀ ਹੋਏਗਾ, ਲੜਾਈ ਝਗੜੇ ਦਾ ਰਿਜ਼ਲਟ ਲੜਾਈ ਹੀ ਨਿਕਲੇਗੀ।
ਲੋਕਾਂ ਨੇ ਸੱਚ ਨੂੰ ਛੱਡ ਕੇ, ਗੁਣਾਂ ਨੂੰ ਛੱਡ ਕੇ ਬਹਿਸ ਕੀਤੀ, ਖਾਮ-ਖਾਂ ਦੀ ਬਹਿਸ ਕੀਤੀ, ਬੇਕਾਰ ਦੇ ਝਗੜੇ ਗਲ ਪਾ ਲਏ। ਝਗਰ ਕੀ ਹੈ? ਝਗਰੋ ਹੀ ਪਾਵਾ। ਵਿਅਰਥ ਦੇ ਝਗੜੇ ਪੈਦਾ ਕਰ ਲਏ। ਔਰ ਇਸ ਤਰ੍ਹਾਂ ਦੇ ਝਗੜੇ, ਮੰਨਿਆ ਕਿ ਮੇਰੇ ਤੁਹਾਡੇ ਨਾਲ ਵਿਚਾਰ ਨਹੀਂ ਮਿਲਦੀ, ਸਮਝ ਆਉਂਦੀ ਹੈ, ਤੁਸੀਂ ਦੂਜੇ ਪਿੰਡ ਦੇ ਹੋ, ਮੈਂ ਦੂਜੇ ਪਿੰਡ ਦਾ ਵਾਂ, ਸਾਡੀ ਵਿਚਾਰ ਨਹੀਂ ਮਿਲ ਰਹੇ, ਲੜਾਈ ਝਗੜੇ ਚੱਲ ਰਹੇ ਨੇ, ਮੰਨ ਲੈਂਦੇ ਆ। ਜਾਂ ਗੁਆਂਢੀ ਨਾਲ ਮੇਰੀ ਲੜਾਈ ਝਗੜਾ ਹੈ, ਕਿਸੇ ਵੱਟ ਦਾ, ਕਿਸੇ ਪੈਲੀ ਦਾ, ਜਾਂ ਕਿਸੇ ਜ਼ਮੀਨ ਦਾ, ਮੰਨਿਆ। ਪਰ ਇਹ ਤੇ ਮੰਨਣ ਚ ਨਹੀਂ ਆਉਂਦਾ ਵੀ ਮੈਂ ਆਪਣੇ ਪਰਿਵਾਰ ਚ ਹੀ ਝਗੜੀ ਜਾਵਾਂ, ਮੈਂ ਆਪਣੀ ਪਤਨੀ ਨਾਲ ਲੜਾਈ ਕਰੀ ਜਾਵਾਂ, ਆਪਣੀ ਮਾਂ ਨਾਲ ਲੜਾਈ ਕਰੀ ਜਾਵਾਂ, ਆਪਣੇ ਬੇਟੇ ਨਾਲ ਲੜਾਈ ਕਰੀ ਜਾਵਾਂ। ਇਹ ਨਹੀਂ ਸਮਝ ਆਉਂਦੀ। ਆਪਣੇ ਘਰ ਨੂੰ ਹੀ ਜੰਗ ਦਾ ਅਖਾੜਾ ਬਣਾ ਦੇਵਾਂ, ਬਣਾਇਆ ਹੋਵੇ ਘਰ ਵੱਡਾ ਸਾਰਾ, ਮੈਂ ਸ਼ਾਂਤੀ ਨਾਲ ਰਹਿਣਾ, ਤੇ ਆਏ ਦਿਨ ਜੰਗ ਚੱਲਦਾ ਹੋਵੇ ਇਸ ਘਰ ਚ, ਫਿਰ ਝਗੜ ਕੀ ਹੈ? ਝਗੜੋ ਹੀ ਪਾਵਾ ਹੋਏਗਾ ਨਾ। ਦੂਜੇ ਨਾਲ ਲੜਾਂ ਕਿਸੇ ਗੱਲ ਪਿੱਛੇ, ਸਮਝ ਆਉਂਦੀ ਹੈ ਮੈਂ ਆਪਣੇ ਭਰਾਵਾਂ ਨਾਲ ਲੜ ਰਿਹਾ, ਆਪਣੀਆਂ ਭੈਣਾਂ ਨਾਲ ਲੜ ਰਿਹਾ, ਆਪਣੇ ਮਾਪਿਆਂ ਨਾਲ ਲੜ ਰਿਹਾ, ਆਪਣੇ ਧੀਆਂ ਪੁੱਤਰਾਂ ਨਾਲ ਲੜ ਰਿਹਾ, ਤੇ ਪਰਿਵਾਰ ਤੇ ਨਰਕ ਬਣੇਗਾ ਨਾ, ਸ਼ਾਂਤੀ ਥੋੜੀ ਆਏਗੀ। ਇਸ ਤਰ੍ਹਾਂ ਮੈਂ ਹੀ ਦੁਖੀ ਹੋਵਾਂਗਾ ਨਾ। ਝਗੜ ਕੀ ਹੈ? ਝਗੜੋ ਹੀ ਪਾਵਾ। ਇਸ ਤਰ੍ਹਾਂ ਘਰਾਂ 'ਚ ਚੱਲ ਰਿਹਾ ਹੈ। ਝਗੜਿਆਂ ਦੇ ਵਿੱਚੋਂ ਝਗੜੇ ਹੀ ਪੈਦਾ ਹੋ ਰਹੇ ਨੇ, ਔਰ ਸਾਰਿਆਂ 'ਚ ਆਦਤਾਂ ਨੇ ਇਹ। ਪਰ ਜਦੋਂ ਸੱਚ ਨਾਲ ਜੁੜਾਂਗੇ, ਸੰਤੋਖ ਨਾਲ ਜੁੜਾਂਗੇ, ਜੀਵਨ ਵਿੱਚ ਪਿਆਰ ਪੈਦਾ ਹੋਏਗਾ, ਮੁਹੱਬਤ ਪੈਦਾ ਹੋਏਗੀ। ਅਸੀਂ ਉਲਝਣਾ ਸਿੱਖਿਆ, ਸੁਲਝਣਾ ਨਹੀਂ। ਪਰ ਭਗਤ ਕਬੀਰ ਜੀ ਸਾਨੂੰ ਸੁਲਝਾਉਣਾ ਸਿਖਾਉਂਦੇ ਨੇ। ਯਾਦ ਰੱਖਿਓ, ਆਦਤਾਂ ਸਾਰਿਆਂ 'ਚ ਹੁੰਦੀਆਂ ਨੇ। ਇੱਕ ਆਦਤ ਐਸੀ ਹੈ, ਮੇਰੇ 'ਚ ਵੀ, ਤੁਹਾਡੇ 'ਚ ਵੀ, ਹੋਰਾਂ 'ਚ ਵੀ ਹੋ ਸਕਦੀ। ਉਹ ਕਿਹੜੀ? ਜਦੋਂ ਅਸੀਂ ਗੱਲਬਾਤ ਕਰਦੇ ਹਾਂ, ਆਮ ਤੌਰ ਤੇ ਅਸੀਂ ਸਮੱਸਿਆਵਾਂ ਗਿਣਾਉਂਦੇ ਹਾਂ ਕਿ ਆਹ ਵੀ ਸਮੱਸਿਆ, ਆਹ ਵੀ ਸਮੱਸਿਆ। ਤੇ ਕੀ ਹੁੰਦਾ ਜਦੋਂ ਅਸੀਂ ਸਮੱਸਿਆਵਾਂ ਗਿਣਾਉਂਦੇ ਹਾਂ ਤੇ ਸਮੱਸਿਆ ਪੱਲੇ ਪੈਣਗੀਆਂ। 2-3 ਸਮੱਸਿਆ ਤੁਸੀਂ ਮੈਨੂੰ ਦੱਸ ਦਿੱਤੀਆਂ, ਮੈਨੂੰ ਨਹੀਂ ਸੀ ਪਤਾ, ਮੇਰੀ ਸਮੱਸਿਆ ਵੱਧ ਗਈਆਂ। 2-3 ਸਮੱਸਿਆਵਾਂ ਮੈਂ ਤੁਹਾਨੂੰ ਦੱਸ ਦਿੱਤੀਆਂ, ਤੁਹਾਨੂੰ ਨਹੀਂ ਸੀ ਪਤਾ, ਤੁਹਾਡੇ ਦਿਮਾਗ 'ਚ ਹੋਰ ਸਮੱਸਿਆਵਾਂ ਆ ਗਈਆਂ, ਸਮੱਸਿਆ ਹੀ ਵਧੀਆ ਨਾ। ਲੱਭਣਾ ਸੀ ਹੱਲ, ਉਹ ਅਸੀਂ ਲੱਭਿਆ ਨਹੀਂ। ਸਮੱਸਿਆ ਦੇ ਨਾਲ ਸਮੱਸਿਆ ਦੀ ਵਿਚਾਰ ਕੀਤੀ, ਹੱਲ ਅਸੀਂ ਲੱਭਿਆ ਨਹੀਂ। ਤੇ ਤੀਜਾ ਕੀ ਹੋਇਆ? ਸਮੱਸਿਆਵਾਂ ਤੇ ਵੱਧ ਗਈਆਂ, ਸੋਲੂਸ਼ਨ ਨਹੀਂ ਲੱਭਿਆ ਕਿ ਸਮੱਸਿਆ ਖਤਮ ਕਿਵੇਂ ਹੋਵੇ। ਅਸੀਂ ਇਹ ਨਹੀਂ ਦੇਖਿਆ। ਅਸੀਂ ਇਤਿਹਾਸ ਪੜ੍ਹਦੇ ਹਾਂ, ਹਿਸਟਰੀ ਪੜ੍ਹਦੇ ਹਾਂ। ਇਤਿਹਾਸ ਦੇ ਵਿੱਚ ਕੀ ਸਾਨੂੰ ਪੜ੍ਹਾਇਆ ਜਾਂਦਾ ਹੈ? ਲੜਾਈਆਂ ਕਿਵੇਂ ਹੋਈਆਂ, ਕਿੱਥੇ ਹੋਈਆਂ, ਕਿਹਦੇ ਨਾਲ ਲੜਾਈ ਹੋਈ, ਕਿੰਨੇ ਕਿਹਨੂੰ ਮਾਰਿਆ, ਕਿੰਨੇ ਬੰਦੇ ਕਤਲ ਹੋਏ। ਇਹ ਤੇ ਪੜ੍ਹਾਇਆ ਜਾਂਦਾ ਹੈ ਕਿ ਕਿੱਥੇ ਕਿੱਥੇ ਲੜਾਈ ਹੋਈ, ਕਿੰਨੇ ਕਿੰਨੇ ਕਿਹਨੂੰ ਮਾਰਿਆ, ਕਿੰਨੇ ਬੰਦੇ ਮਰੇ। ਪਰ ਇਹ ਨਹੀਂ ਪੜ੍ਹਾਇਆ ਜਾਂਦਾ ਕਿ ਉਹ ਲੜਾਈ ਖਤਮ ਕਿਵੇਂ ਹੋ ਸਕਦੀ ਸੀ। ਇਤਿਹਾਸ ਦਾ ਫਾਇਦਾ ਤੇ ਤਾਂ ਸੀ ਨਾ ਜੇ ਅਸੀਂ ਉਹ ਤੋਂ ਕੋਈ ਚੀਜ਼ ਸਿੱਖਦੇ ਵੀ ਆ ਦੋਨੋਂ ਰਾਜੇ ਇਸ ਕਰਕੇ ਲੜਦੇ ਰਹੇ, ਪਰ ਲੜਾਈ ਖਤਮ ਹੋ ਸਕਦੀ ਸੀ ਜੇ ਆਹ ਰਾਜਾ ਇਹ ਗੱਲ ਕਹਿੰਦਾ, ਦੂਜਾ ਰਾਜਾ ਇਹ ਗੱਲ ਕਹਿੰਦਾ। ਸਾਨੂੰ ਇਹ ਸਿਖਾਇਆ ਨਹੀਂ ਗਿਆ। ਸਾਨੂੰ ਹਿਸਟਰੀ 'ਚ ਇਹ ਸਿਖਾਇਆ ਗਿਆ ਵੀ ਲੜਾਈਆਂ ਬੜੀਆਂ ਹੋਈਆਂ, ਇੰਨੇ ਲੋਕ ਮਰੇ, ਪਰ ਸਾਨੂੰ ਇਹ ਨਹੀਂ ਹਿਸਟਰੀ 'ਚੋਂ ਸਿਖਾਇਆ ਕਿ ਲੜਾਈਆਂ ਖਤਮ ਹੋ ਸਕਦੀਆਂ ਸਨ। ਅਸੀਂ ਇਸ ਹਿਸਟਰੀ ਤੋਂ ਕੁਝ ਗਿਆਨ ਲੈਣਾ, ਕੁਝ ਸਿੱਖਣਾ ਹੈ ਕਿ ਸਾਡੇ ਆਉਣ ਵਾਲੇ ਸਮੇਂ 'ਚ, ਭਵਿੱਖ ਦੇ ਵਿੱਚ ਇਹੋ ਜਿਹੀ ਲੜਾਈਆਂ ਨਾ ਹੋਣ। ਇਹ ਸੋਲੂਸ਼ਨ ਸੀ। ਇਸ ਤਰੀਕੇ ਨਾਲ ਇਹ ਲੜਾਈ ਰੁਕ ਸਕਦੀ ਸੀ। ਦੂਰ ਨਾ ਜਾਓ, ਲੋਕ ਆਪਣੇ ਵਿਰਸੇ ਦੀ ਲੜਾਈਆਂ ਨਾਲ ਚੁੱਕੀ ਫਿਰਦੇ ਨੇ, ਪਰਿਵਾਰ ਦੀਆਂ। ਮੇਰੇ ਦਾਦੇ ਨੇ ਤੁਹਾਡੇ ਦਾਦੇ ਦਾ ਕਤਲ ਕਰਤਾ, ਤੁਹਾਡੇ ਦਾਦੇ ਨੇ ਮੇਰੇ ਦਾਦੇ ਦਾ ਕਤਲ, ਕੁਝ ਵੀ ਹੋ ਗਿਆ। ਹੁਣ ਕੀ ਹੋਇਆ? ਅੱਗੋਂ ਪਿਓ ਤੱਕ ਲੜਾਈਆਂ ਆ ਗਈਆਂ, ਪਿਓ ਤੋਂ ਬਾਅਦ ਮੇਰੀ ਕੋਲ ਆ ਗਈਆਂ, ਅਸੀਂ ਆਪਸ ਲੜਨੇ ਸ਼ੁਰੂ ਹੋ ਗਏ। ਉਹਦੇ ਨਾਲ ਲੜਾਈ ਵਧੇਗੀ। ਹੁਣ ਅਸੀਂ ਇਹ ਬਹਿ ਕੇ ਸੋਚੀਏ ਵੀ ਸਾਡੇ ਦਾਦੇ ਤੇ ਚਲੋ ਮਰ ਗਏ, ਪਰ ਅਸੀਂ ਕਿਉਂ ਲੜੀਏ? ਹੁਣ ਕਿਹੜਾ ਕੰਮ ਕਰੀਏ ਵੀ ਸਾਡੀ ਲੜਾਈ ਖਤਮ ਹੋ ਜਾਵੇ? ਅਸੀਂ ਸੋਚੀ ਵੀ ਲੜੇ ਕਿਉਂ ਸੀ? ਇਸ ਕਰਕੇ ਲੜੇ ਸੀ, ਤੇ ਉਹ ਲੜਾਈ ਖਤਮ ਹੋ ਸਕਦੀ ਸੀ ਜੇ ਦੋਵੇਂ ਆਹ ਕੰਮ ਕਰਦੇ। ਉਹ ਬਚ ਸਕਦੇ ਸਨ ਦੋਨੋਂ। ਅੱਗੋਂ ਅਸੀਂ ਜ਼ਿੰਦਗੀ 'ਚ ਕੀ ਕਰੀਏ ਕਿ ਅਸੀਂ ਲੜਾਈ ਤੋਂ ਬਚ ਸਕੀਏ, ਅਸੀਂ ਇੱਕ ਦੂਜੇ ਨਾਲ ਪਿਆਰ ਨਾਲ ਰਹਿ ਸਕੀਏ। ਸਾਨੂੰ ਇਸ ਤਰ੍ਹਾਂ ਸੋਚਣ ਦਾ ਢੰਗ ਚਾਹੀਦਾ ਸੀ। ਬਹਿਸ ਕੀਤੀਆਂ, ਝਗੜੇ ਕੀਤਿਆਂ, ਝਗੜੇ ਪੱਲੇ ਪੈਂਦੇ ਨੇ। ਝਗੜ ਕੀ ਹੈ? ਝਗੜੋ ਹੀ ਪਾਵਾ। ਪਰ ਜਦੋਂ ਅਸੀਂ ਇਹਨਾਂ ਝਗੜਿਆਂ ਨੂੰ ਬੰਦ ਕਰਕੇ, ਸਮੱਸਿਆਵਾਂ ਨੂੰ ਬੰਦ ਕਰਕੇ ਜਦੋਂ ਹੱਲ ਵੱਲ ਤੁਰਦੇ ਹਾਂ, ਤੇ ਹੱਲ ਕੀ ਹੈ? ਹੱਲ ਹੈ ਰੱਬ ਦੇ ਗੁਣ, ਸਤ, ਸੰਤੋਖ, ਦਇਆ, ਧਰਮ, ਧੀਰਜ, ਪਿਆਰ, ਵਿਰਾਗ, ਨਿਮਰਤਾ, ਨਿਰਮਾਣਤਾ, ਨੇਕੀ, ਨੀਤੀ, ਸੱਚਾਈ, ਇਮਾਨਦਾਰੀ, ਸ਼ੁਭ ਗੁਣ। ਜਦੋਂ ਅਸੀਂ ਇਹਨਾਂ ਗੁਣਾਂ ਨਾਲ ਜੁੜ ਜਾਂਦੇ ਹਾਂ, ਇਹਨਾਂ ਝਗੜਿਆਂ ਤੋਂ ਅਸੀਂ ਮੁਕਤ ਹੋ ਜਾਂਦੇ ਹਾਂ। ਅੱਜ ਇੰਨੀ ਹੀ ਵਿਚਾਰ ਪ੍ਰਵਾਨ ਕਰਨੀ। ਸਮਾਂ ਕਾਫੀ ਹੋ ਗਿਆ, ਮੈਂ ਖਿਮਾ ਦਾ ਜਾਚਕ ਹਾਂ, ਤੇ ਮੇਰੇ ਪਾਸੋਂ ਵਿਚਾਰਾ ਕਰਦਿਆਂ ਭੁੱਲਾਂ ਖਿਮਾ। ਅੱਜ ਦੇ ਬਚਨਾਂ ਚੋਂ ਇਹੀ ਸਿੱਖਣਾ ਕਿ ਰੱਬ ਸਾਡੇ ਨੇੜੇ ਹੈ, ਦੂਰ ਨਹੀਂ ਹੈ। ਉਹ ਗੁਣਾ ਰੂਪ ਸਾਡੇ ਅੰਦਰ ਹੈ। ਜਿਸ ਦਿਨ ਅਸੀਂ ਉਹਨਾਂ ਗੁਣਾਂ ਤੋਂ ਦੂਰ ਹੋ ਜਾਂਦੇ ਹਾਂ, ਅਸੀਂ ਲੜਾਈ ਝਗੜਿਆਂ 'ਚ, ਸਹਿਮ 'ਚ, ਚਿੰਤਾ, ਫਿਕਰਾਂ 'ਚ ਫਸ ਜਾਂਦੇ ਹਾਂ,
ਜਦੋਂ ਅਸੀਂ ਗੁਣਾਂ 'ਚ ਜੁੜ ਜਾਂਦੇ ਹਾਂ, ਅਸੀਂ ਪ੍ਰੇਮ 'ਚ ਭਰ ਜਾਂਦੇ ਹਾਂ, ਦਇਆ ਵਿੱਚ ਭਰ ਜਾਂਦੇ ਹਾਂ, ਸਾਡੇ ਚਾਰ ਚੁਫੇਰੇ ਖੁਸ਼ੀਆਂ, ਆਨੰਦ ਤੇ ਪ੍ਰਸੰਨਤਾ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਅਸੀਂ ਰੱਬ ਦਾ ਰੂਪ ਹੋ ਕੇ ਪ੍ਰਗਟ ਹੁੰਦੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ।